ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 4th ਐਡੀਸ਼ਨ। ਉਸ ਦੀ ਯੂਨਿਟ ਨੰਬਰ ਹੈ ਜਿਹੜੀ ਉਹ 41। ਇਸ ਤੋਂ ਪਿੱਛੇ ਆਪਾਂ 38 ਨੰਬਰ ਯੂਨਿਟ, 39 ਨੰਬਰ ਯੂਨਿਟ ਅਤੇ 40 ਨੰਬਰ ਯੂਨਿਟ ਹੈ ਜਿਹੜੀ ਉਹ ਕਰ ਚੁੱਕੇ ਹਾਂ। ਇਸ ਯੂਨਿਟ ਦੇ ਵਿੱਚ ਆਪਾਂ ਪੜਾਂਗੇ ਵਿਸ਼ ਦੇ ਬਾਰੇ। ਜੇਕਰ ਤੁਸੀਂ ਨੇ 39 ਅਤੇ 40 ਨੰਬਰ ਯੂਨਿਟ ਕੀਤੀ ਹੈ, ਉਸ ਦੇ ਵਿੱਚ ਵੀ ਆਪਾਂ ਵਿਸ਼ ਦੇ ਬਾਰੇ ਪੜ੍ਹ ਚੁੱਕੇ ਹਾਂ। पर इस यूनिट ਦੇ ਵਿੱਚ ਆਪਾਂ ਵਿਸ਼ ਦੇ ਕੁਝ ਕੁ ਹੋਰ ਜਿਹੜੇ ਯੂਜ਼ਸ ਨੇ ਉਹ ਆਪਾਂ ਦੇਖਾਂਗੇ, ਹੋਰ ਕਿੱਥੇ ਕਿੱਥੇ ਆਪਾਂ ਵਿਸ਼ ਦਾ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ 39 ਅਤੇ 40 ਨੰਬਰ ਦੇ ਵਿੱਚ ਪੜਿਆ ਉਹ ਤੁਸੀਂ ਯਾਦ ਰੱਖਣਾ ਹੈ। ਵਿਸ਼ ਦਾ ਯੂਜ਼ ਆਪਾਂ ਕਦੋਂ ਕਰਨਾ ਹੈ? ਜਦੋਂ ਆਪਾਂ ਨੂੰ ਕਿਸੇ ਗੱਲ ਦਾ ਅਫਸੋਸ ਹੁੰਦਾ ਹੈ। ਔਰ ਆਪਾਂ ਦੋ ਸਟਰਕਚਰ ਦੇ ਵਿੱਚ ਇਸ ਦਾ ਯੂਜ਼ ਕਰ ਸਕਦੇ ਹਾਂ, ਇੱਕ ਤਾਂ ਪ੍ਰੈਜੈਂਟ, ਇੱਕ ਪਾਸਟ। ਮਤਲਬ ਆਪਾਂ ਨੂੰ ਪ੍ਰੈਜੈਂਟ ਦੇ ਵਿੱਚ ਵੀ ਕਿਸੇ ਗੱਲ ਦਾ ਅਫਸੋਸ ਹੋ ਸਕਦਾ ਹੈ ਕਿ ਕਾਸ਼ ਮੇਰੇ ਕੋਲ ਆਹ ਚੀਜ਼ ਹੁੰਦੀ ਪ੍ਰੈਜੈਂਟ ਦੇ ਵਿੱਚ, ਜਾਂ ਫਿਰ ਆਪਾਂ ਕਹਾਂਗੇ ਕਾਸ਼ ਮੇਰੇ ਕੋਲ ਆਹ ਚੀਜ਼ ਹੁੰਦੀ ਪਾਸਟ ਦੇ ਵਿੱਚ। ਤਾਂ ਦੋ ਸਟਰਕਚਰ ਬਣਦੇ ਨੇ। ਜੇ ਪ੍ਰੈਜੈਂਟ ਦੇ ਵਿੱਚ ਆਪਾਂ ਕਿਸੇ ਚੀਜ਼ ਦਾ ਅਫਸੋਸ ਕਰਦੇ ਤਾਂ ਆਪਾਂ 39 ਨੰਬਰ ਦੇ ਵਿੱਚ ਪੜਿਆ ਤਾਂ ਸਟਰਕਚਰ ਬਣਦਾ ਸੀ ਪਹਿਲਾਂ ਆਈ ਵਿਸ਼, ਉਸ ਤੋਂ ਬਾਅਦ ਸਬਜੈਕਟ, ਉਸ ਤੋਂ ਬਾਅਦ ਵਰਬ ਦੀ ਸੈਕੰਡ ਫਾਰਮ, ਫਿਰ ਆਬਜੈਕਟ। ਮਤਲਬ ਕਿ ਆਈ ਵਿਸ਼ ਤੋਂ ਬਾਅਦ ਪਾਸਟ ਇੰਡੈਫੀਨਿਟ, ਬਟ ਉਸ ਦਾ ਮੀਨਿੰਗ ਹੈ ਜਿਹੜਾ ਉਹ ਪ੍ਰੈਜੈਂਟ ਹੁੰਦਾ ਸੀ। ਔਰ 40 ਨੰਬਰ ਦੇ ਵਿੱਚ ਆਪਾਂ ਪੜਿਆ ਜਦੋਂ ਆਪਾਂ ਵਿਸ਼ ਦਾ ਯੂਜ਼ ਮਤਲਬ ਪਾਸਟ ਦੇ ਲਈ ਕਰਦੇ ਹਾਂ ਤਾਂ ਉੱਥੇ ਸਟਰਕਚਰ ਆਪਣਾ ਬਣਦਾ ਸੀ ਆਈ ਵਿਸ਼ ਪਲੱਸ ਸਬਜੈਕਟ ਪਲੱਸ ਹੈਡ ਪਲੱਸ ਵਰਬ ਦੀ ਥਰਡ ਫਾਰਮ ਔਰ ਆਬਜੈਕਟ ਪਾਸਟ ਦੇ ਲਈ। ਫਾਰ ਐਗਜ਼ਾਮਪਲ ਇੱਕ ਛੋਟੀ ਜਿਹੀ ਐਗਜ਼ਾਮਪਲ ਜਲਦੀ ਤੋਂ ਜਲਦੀ ਆਪਾਂ ਦੇਖੋ ਤੁਹਾਨੂੰ ਸਮਝਾਉਂਦੇ ਹਾਂ। ਪ੍ਰੈਜੈਂਟ ਦੇ ਵਿੱਚ ਆਪਾਂ ਵਿਸ਼ ਦਾ ਯੂਜ਼ ਕਰਦੇ ਸੀ। ਮੰਨ ਲਓ ਆਪਾਂ ਕਿਸੇ ਨੂੰ ਕਹੀਏ ਕਿ ਇਸ ਵਕਤ ਮੀਂਹ ਪੈ ਰਿਹਾ ਹੈ, ਕਾਸ਼ ਮੇਰੇ ਕੋਲ ਛਤਰੀ ਹੁੰਦੀ। ਮਤਲਬ ਕਿ ਆਪਣੇ ਕੋਲ ਛਤਰੀ ਨਹੀਂ ਹੈਗੀ, ਆਪਾਂ ਨੂੰ ਇਸ ਗੱਲ ਦਾ ਅਫਸੋਸ ਹੈ, ਕਾਸ਼ ਮੇਰੇ ਕੋਲ ਛਤਰੀ ਹੁੰਦੀ। ਤਾਂ ਆਪਾਂ ਕਹਿੰਦੇ ਆਈ ਵਿਸ਼ ਆਈ ਹੈਡ ਐਨ ਅੰਬਰੇਲਾ। ਆਈ ਵਿਸ਼, ਆਈ ਸਬਜੈਕਟ ਦੁਆਰਾ, ਹੈਡ ਵਰਬ ਦੀ ਸੈਕੰਡ ਫਾਰਮ, ਐਨ ਅੰਬਰੇਲਾ। ਤਾਂ ਪ੍ਰੈਜੈਂਟ ਦੀ ਗੱਲ ਹੋ ਗਈ। ਜੇਕਰ ਪਾਸਟ ਦੀ ਹੁੰਦੀ ਕਿ ਕੱਲ ਮੀਂਹ ਪਿਆ ਸੀ, ਕਾਸ਼ ਕੱਲ ਮੇਰੇ ਕੋਲ ਛਤਰੀ ਹੁੰਦੀ, ਫਿਰ ਆਪਾਂ ਇਸੇ ਸੈਂਟੈਂਸ ਨੂੰ ਬੋਲਦੇ ਆਈ ਵਿਸ਼ ਆਈ ਹੈਡ ਐਨ ਅੰਬਰੇਲਾ। ਤਾਂ ਹੈਡ ਦੋ ਵਾਰ ਆਉਂਦਾ। ਕਿਸ ਤਰ੍ਹਾਂ ਉਹ ਆਪਾਂ ਪਿਛਲੀ ਐਕਸਰਸਾਈਜ਼ ਦੇ ਵਿੱਚ ਕੀਤਾ, ਤੁਹਾਨੂੰ ਯਾਦ ਹੋਵੇਗਾ। ਮਤਲਬ ਕਿ ਕੁੱਲ ਮਿਲਾ ਕੇ ਇਹ ਬਿਲਕੁਲ ਆਸਾਨ ਹੈ। ਪਿੱਛੇ ਆਪਾਂ ਕੀਤਾ ਰੀਗਰੈਟ, ਅਫਸੋਸ ਕਰਨਾ। ਬਟ ਉਸ ਤੋਂ ਇਲਾਵਾ ਵਿਸ਼ ਦੇ ਕੀ ਯੂਜ਼ ਨੇ ਉਹ ਦੇਖੋ। ਸਭ ਤੋਂ ਪਹਿਲਾਂ ਫਸਟ ਦੇਖੋ, ਵੀ ਸੇ ਵਿਸ਼ ਸਮਬਡੀ ਸਮਥਿੰਗ। ਪਹਿਲੀ ਗੱਲ ਤਾਂ ਆਪਾਂ ਵਿਸ਼ ਦਾ ਯੂਜ਼ ਕਰਦੇ ਜਦੋਂ ਆਪਾਂ ਕਿਸੇ ਨੂੰ ਕੁਝ ਵਿਸ਼ ਕਰਦੇ ਹਾਂ, ਕੋਈ ਚੀਜ਼ ਵਿਸ਼ ਕਰਦੇ ਹਾਂ। ਕੋਈ ਚੀਜ਼ ਦਾ ਮਤਲਬ ਜਿਸ ਤਰ੍ਹਾਂ ਕਿ ਲੱਕ, ਅ ਹੈਪੀ ਬਰਥਡੇ, ਅ ਹੈਪੀ ਜਰਨੀ। ਮੰਨ ਲਓ ਆਪਾਂ ਕਿਸੇ ਨੂੰ ਕਹੀਏ ਆਈ ਵਿਸ਼ ਯੂ ਅ ਗੁੱਡ ਲੱਕ, ਆਈ ਵਿਸ਼ ਯੂ ਅ ਹੈਪੀ ਬਰਥਡੇ, ਆਈ ਵਿਸ਼ ਯੂ ਅ ਹੈਪੀ ਜਰਨੀ। ਮਤਲਬ ਕਿਸੇ ਨੂੰ ਵਿਸ਼ ਕਰਦੇ ਹਾਂ ਸਿਰਫ ਆਪਾਂ ਉਸ ਦੇ ਲੱਕ ਲਈ, ਹੈਪੀ ਬਰਥਡੇ ਜਾਂ ਫਿਰ ਹੈਪੀ ਜਰਨੀ, ਇਸ ਤਰ੍ਹਾਂ। ਬਟ ਯੂ ਕੈਨ ਨੋਟ ਸੇ ਆਈ ਵਿਸ਼, ਪਰ ਤੁਸੀਂ ਆਈ ਵਿਸ਼ ਨਹੀਂ ਕਹਿ ਸਕਦੇ। ਕਦੋਂ? ਦੈਟ ਸਮਥਿੰਗ ਹੈਪਨ। ਪਰ ਆਪਾਂ ਕਿਸੇ ਨੂੰ ਉਦੋਂ ਆਈ ਵਿਸ਼ ਨਹੀਂ ਕਹਿ ਸਕਦੇ ਜਦੋਂ ਆਪਾਂ ਕਿਸੇ ਦੇ ਲਈ ਕੁਝ ਇਸ ਤਰ੍ਹਾਂ ਦੁਆ ਕਰੀਏ ਕਿ ਆਹ ਚੀਜ਼ ਹੋ ਜੇ, ਮਤਲਬ ਕਿ ਆਹ ਘਟਨਾ ਹੋ ਜੇ, ਕੁਝ ਹੈਪਨ ਹੋਣ ਦੇ ਲਈ ਆਪਾਂ ਕਿਸੇ ਲਈ ਕੁਝ ਕਹੀਏ ਤਾਂ ਉੱਥੇ ਵਿਸ਼ ਦਾ ਯੂਜ਼ ਨਹੀਂ ਕਰ ਸਕਦੇ। ਉੱਥੇ ਆਪਾਂ ਵੀ ਯੂਜ਼ ਹੋਪ ਇਨ ਦਿਸ ਸਿਚੁਏਸ਼ਨ। ਉੱਥੇ ਆਪਾਂ ਹੋਪ ਦਾ ਯੂਜ਼ ਕਰਦੇ ਹਾਂ। ਦੇਖੋ ਐਗਜ਼ਾਮਪਲ ਦੇ ਨਾਲ ਬੈਟਰ ਸਮਝੋਗੇ। ਜਿਸ ਤਰ੍ਹਾਂ ਕਿ ਆਪਾਂ ਕਿਸੇ ਨੂੰ ਕਹੀਏ ਆਈ ਐਮ ਸੌਰੀ ਯੂ ਆਰ ਨੋਟ ਵੈਲ, ਕਿ ਮੈਨੂੰ ਅਫਸੋਸ ਹੈ ਤੁਸੀਂ ਠੀਕ ਨਹੀਂ ਹੋ। ਆਈ ਹੋਪ ਯੂ ਫੀਲ ਬੈਟਰ ਸੂਨ, ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਜਲਦੀ ਠੀਕ ਹੋ ਜਾਵੋਗੇ। ਇੱਥੇ ਆਪਾਂ ਇਹ ਗੱਲ ਕਰ ਰਹੇ ਹਾਂ ਦੈਟ ਸਮਥਿੰਗ ਹੈਪਨ, ਕਿ ਸਮਥਿੰਗ ਹੈਪਨ, ਕੁਝ ਹੋ ਜਾਊਗਾ। ਕੀ ਹੋ ਜਾਊਗਾ? ਕਿ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਜਦੋਂ ਆਪਾਂ ਇਸ ਤਰ੍ਹਾਂ ਕਿਸੇ ਨੂੰ ਕਹਿਣਾ ਹੋਵੇ ਕਿ ਆਹ ਕੰਮ ਬਹੁਤ ਜਲਦੀ ਹੋ ਜਾਊਗਾ ਤਾਂ ਉੱਥੇ ਆਪਾਂ ਵਿਸ਼ ਦਾ ਯੂਜ਼ ਆ ਜਿਹੜਾ ਉਹ ਨਹੀਂ ਕਰਾਂਗੇ। ਨੋਟ ਆਈ ਵਿਸ਼ ਯੂ ਫੀਲ, ਆਪਾਂ ਇਸ ਤਰ੍ਹਾਂ ਨਹੀਂ ਬੋਲਾਂਗੇ ਆਈ ਵਿਸ਼ ਯੂ ਫੀਲ, ਨਹੀਂ, ਆਈ ਹੋਪ ਯੂ ਫੀਲ ਬੈਟਰ ਸੂਨ, ਕਿ ਮੈਨੂੰ ਉਮੀਦ ਹੈ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਪਰ ਜਦੋਂ ਆਪਾਂ ਕਿਸੇ ਨੂੰ ਸਿਰਫ ਇਹ ਕਰਨਾ ਹੋਵੇ ਵੀ ਸੇ ਵਿਸ਼ ਸਮਬਡੀ ਸਮਥਿੰਗ, ਪਰ ਕਿਸੇ ਨੂੰ ਆਪਾਂ ਸਿਰਫ ਵਿਸ਼ੇ ਕਰਨਾ ਹੋਵੇ ਗੁੱਡ ਲੱਕ, ਹੈਪੀ ਬਰਥਡੇ, ਹੈਪੀ ਜਰਨੀ, ਤਾਂ ਉੱਥੇ ਆਪਾਂ ਵਿਸ਼ ਦਾ ਯੂਜ਼ ਕਰਦੇ ਹਾਂ। ਇੱਕ ਤਾਂ ਇਹ ਦੇਖੋ ਯਾਦ ਰੱਖਣਾ। ਅਗਲਾ ਦੇਖੋ, ਵੀ ਆਲਸੋ ਯੂਜ਼ ਵਿਸ਼ ਟੂ ਸੇ ਦੈਟ ਵੀ ਰੀਗਰੈਟ। ਇਹ ਤਾਂ ਦੇਖੋ ਉਹੀ ਚੀਜ਼ ਆ ਗਈ, ਇਹ ਆਪਾਂ ਕਰ ਚੁੱਕੇ ਹਾਂ। ਜਦੋਂ ਪ੍ਰੈਜੈਂਟ ਦੇ ਲਈ ਆਪਾਂ ਰੀਗਰੈਟ ਕਰਦੇ ਹਾਂ, ਅਫਸੋਸ ਕਰਦੇ ਹਾਂ, ਬਟ ਦਾ ਮੀਨਿੰਗ ਇਜ਼ ਪ੍ਰੈਜੈਂਟ ਹੁੰਦਾ, ਉਹ ਮੈਂ ਤੁਹਾਨੂੰ ਸਮਝਾਤਾ। ਔਰ ਦੂਸਰਾ, ਜਦੋਂ ਰੀਗਰੈਟ ਕਰਦੇ ਹਾਂ ਆਪਾਂ ਪਾਸਟ ਦੇ ਵਿੱਚ, ਵੀ ਪਾਸਟ ਦੇ ਵਿੱਚ ਕਾਸ਼ ਮੇਰੇ ਕੋਲ ਆਹ ਚੀਜ਼ ਹੁੰਦੀ ਹੈ ਨਾ, ਤਾਂ ਉੱਥੇ ਸਟਰਕਚਰ ਆਈ ਵਿਸ਼ ਤੋਂ ਬਾਅਦ ਸਬਜੈਕਟ ਹੈਡ, ਜੇ ਨੈਗੇਟਿਵ ਹੈ ਤਾਂ ਹੈਡ ਨਾਟ, ਵਰਬ ਦੀ ਥਰਡ ਫਾਰਮ ਆਬਜੈਕਟ। ਇਹ ਤਾਂ ਆਪਾਂ ਕਰ ਚੁੱਕੇ ਹਾਂ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ, ਆਈ ਵਿਸ਼ ਆਈ ਲਿਵਡ ਨੀਅਰ ਦ ਸੀ,
ਕਹਿੰਦਾ ਕਾਸ਼ ਮੈਂ ਸਮੁੰਦਰ ਦੇ ਕੋਲ ਰਹਿੰਦਾ ਹੁੰਦਾ, ਮਤਲਬ ਪ੍ਰੈਜੈਂਟ ਦੀ ਵਿਸ਼ ਕਰ ਰਿਹਾ। ਆਈ ਡੋਂਟ ਲਿਵ ਨੀਅਰ ਦ ਸੀ ਐਂਡ ਆਈ ਰੀਗਰੈਟ, ਕਹਿੰਦਾ ਮੈਂ ਸਮੁੰਦਰ ਦੇ ਕੋਲ ਨਹੀਂ ਰਹਿੰਦਾ ਔਰ ਇਸ ਦਾ ਮੈਨੂੰ ਅਫਸੋਸ ਹੈ। ਕਾਸ਼ ਮੈਂ ਸਮੁੰਦਰ ਦੇ ਕੋਲ ਰਹਿੰਦਾ ਹੁੰਦਾ, ਇਹ ਪ੍ਰੈਜੈਂਟ ਦੀ ਗੱਲ ਕਰ ਰਿਹਾ। ਤਾਂ ਆਪਣਾ ਸਟਰਕਚਰ ਹੈ ਜਿਹੜਾ ਇਹ ਬਣਿਆ ਆਈ ਵਿਸ਼ ਤੋਂ ਬਾਅਦ ਸਬਜੈਕਟ ਵਰਬ ਦੀ ਸੈਕੰਡ ਫਾਰਮ ਆਬਜੈਕਟ। ਬਟ ਇੱਥੇ ਦੇਖੋ ਆਈ ਫੀਲ ਸਿਕ, ਕਹਿੰਦਾ ਮੈਂ ਬਿਮਾਰ ਫੀਲ ਕਰ ਰਿਹਾ। ਆਈ ਵਿਸ਼ ਆਈ ਹੈਡ ਨੋਟ ਈਟਨ ਸੋ ਮਚ ਕੇਕ, ਕਾਸ਼ ਮੈਂ ਬਹੁਤ ਜ਼ਿਆਦਾ ਕੇਕ ਨਾ ਖਾਇਆ ਹੁੰਦਾ। ਆਈ ਏਟ ਟੂ ਮਚ ਕੇਕ, ਦੇਖੋ ਇੱਥੇ ਕਹਿੰਦਾ ਆਈ, ਕਹਿੰਦਾ ਮੈਂ ਬਹੁਤ ਜ਼ਿਆਦਾ ਕੇਕ ਖਾ ਲਿਆ, ਮਤਲਬ ਕਿ ਜਿਹੜਾ ਕੇਕ ਖਾਇਆ ਸੀ ਪਾਸਟ ਦੇ ਵਿੱਚ ਖਾਇਆ ਸੀ, ਕੇਕ ਖਾਣ ਤੋਂ ਬਾਅਦ ਹੀ ਉਸ ਨੂੰ ਫੀਲ ਹੋਇਆ ਕਿ ਮੈਂ ਬਿਮਾਰ ਲੱਗ ਰਿਹਾ। ਤਾਂ ਉਸ ਤੋਂ ਬਾਅਦ ਇਹ ਅਫਸੋਸ ਕਰਦਾ ਹੈ ਕਿ ਕਾਸ਼ ਮੈਂ ਕੇਕ ਜ਼ਿਆਦਾ ਨਾ ਖਾਇਆ ਹੁੰਦਾ। ਤਾਂ ਕਰਕੇ ਆਈ ਵਿਸ਼ ਤੋਂ ਬਾਅਦ ਸਬਜੈਕਟ, ਫਿਰ ਹੈਡ ਨੈਗੇਟਿਵ ਹੈ ਹੈਡ ਨੋਟ, ਵਰਬ ਦੀ ਥਰਡ ਫਾਰਮ ਆਬਜੈਕਟ। ਸੋ ਇਹ ਯੂਜ਼ ਆਪਾਂ ਨੂੰ ਪਤਾ ਆਪਾਂ ਕਰ ਚੁੱਕੇ ਹਾਂ। ਅਗਲੇ ਦੇਖੋ ਇਹ ਦੋ, ਦੇਖੋ ਇਹ ਵੀ ਦੋ ਬਹੁਤ ਇੰਟਰਸਟਿੰਗ ਨੇ, ਯਾਦ ਰੱਖਣਾ ਤੁਸੀਂ ਨੇ ਲਿਖ ਕੇ। ਆਪਾਂ ਦੇਖੋ ਇਹ ਸਟਰਕਚਰ ਦਾ ਯੂਜ਼ ਕਰਦੇ ਹਾਂ ਆਈ ਵਿਸ਼ ਆਈ ਕੁਡ ਪਲੱਸ ਵਰਬ ਦੀ ਫਸਟ ਫਾਰਮ, ਮਤਲਬ ਕਿ ਆਈ ਵਿਸ਼ ਤੋਂ ਬਾਅਦ ਸਬਜੈਕਟ ਫਿਰ ਕੁਡ ਤੁਸੀਂ ਲਿਖ ਲੈਣਾ ਹੈ। ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਮਤਲਬ ਕਿ ਸਟਰਕਚਰ ਆਈ ਵਿਸ਼ ਪਲੱਸ ਸਬਜੈਕਟ ਪਲੱਸ ਕੁਡ ਪਲੱਸ ਵਰਬ ਦੀ ਫਸਟ ਫਾਰਮ। ਇਹ ਸਟਰਕਚਰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਅਫਸੋਸ, ਇਹ ਵੀ ਅਫਸੋਸ ਦੇ ਲਈ ਹੀ ਕਰ ਸਕਦੇ ਹਾਂ, ਬਟ ਥੋੜਾ ਜਿਹਾ ਡਿਫਰੈਂਸ ਹੈ। ਕੀ ਡਿਫਰੈਂਸ ਹੈ? ਆਈ ਰਿਗਰੈਟ ਦੈਟ ਆਈ ਕੈਨ ਨਾਟ ਡੂ ਇਟ, ਜਦੋਂ ਆਪਾਂ ਕੁਝ ਨਾ ਕਰਨ ਦੇ ਯੋਗ ਹੋਈਏ। ਕੈਨ ਨਾਟ ਡੂ ਇਟ ਮਤਲਬ ਕਿ ਸਕਣਾ, ਜਦੋਂ ਆਪਾਂ ਇਹ ਕਹਿਣਾ ਹੋਵੇ ਕਿ ਮੈਨੂੰ ਅਫਸੋਸ ਹੈ ਮੈਂ ਇਹ ਚੀਜ਼ ਨਹੀਂ ਕਰ ਸਕਦਾ। ਜਿਵੇਂ ਆਪਾਂ ਕਹੀਏ ਮੈਨੂੰ ਅਫਸੋਸ ਹੈ ਮੈਂ ਗਾਣਾ ਨਹੀਂ ਗਾ ਸਕਦਾ, ਮਤਲਬ ਕਿ ਆਈ ਕੈਨ ਨਾਟ ਡੂ ਇਟ, ਮੈਂ ਚੀਜ਼ ਨਹੀਂ ਕਰ ਸਕਦਾ। ਔਰ ਅਗਲਾ ਪਾਸਟ ਦੇ ਲਈ ਆਈ ਵਿਸ਼ ਤੋਂ ਬਾਅਦ ਸਬਜੈਕਟ, ਉਸ ਤੋਂ ਬਾਅਦ ਕੁਡ ਹੈਵ, ਉਸ ਤੋਂ ਬਾਅਦ ਪਲੱਸ ਵਰਬ ਦੀ ਥਰਡ ਫਾਰਮ। ਇਹ ਉਦੋਂ ਯੂਜ਼ ਕਰਨਾ ਜਦੋਂ ਆਈ ਰਿਗਰੈਟ ਦੈਟ ਆਈ ਕੁਡਨਟ ਡੂ ਇਟ, ਮੈਨੂੰ ਅਫਸੋਸ ਹੈ ਕਿ ਮੈਂ ਇਹ ਚੀਜ਼ ਨਹੀਂ ਕਰ ਸਕਿਆ। ਸੇਮ ਉੱਪਰਲੇ ਵਾਲਾ ਹੀ ਹੈ, ਬਸ ਇਸ ਦੇ ਵਿੱਚ ਜਦੋਂ ਐਬਿਲਿਟੀ ਦੱਸਣੀ ਹੋਵੇ ਸਕਦਾ ਜਾਂ ਸਕਦੀ। ਦੇਖੋ ਐਗਜ਼ਾਮਪਲ ਦੇ ਤੌਰ ਤੇ ਪ੍ਰੈਜੈਂਟ ਅਤੇ ਪਾਸਟ ਕਿਸ ਤਰ੍ਹਾਂ ਯੂਜ਼ ਹੋਏਗਾ, ਇਹ ਵਾਲੇ ਸਟਰਕਚਰ ਦੋਨੋਂ। ਸਕਦਾ ਮਤਲਬ ਕਿ ਆਪਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੱਕ ਗਾਣਾ ਗਾਓ, ਹੈ ਨਾ, ਗਾਣਾ ਗਾਓ, ਬਟ ਪ੍ਰੈਜੈਂਟ ਦੀ ਗੱਲ ਚੱਲ ਰਹੀ ਹੈ, ਗਾਣਾ ਗਾਓ, ਪਰ ਆਪਾਂ ਇਸ ਚੀਜ਼ ਦਾ ਅਫਸੋਸ ਕਰਦੇ ਹਾਂ ਵੀ ਕਾਸ਼ ਮੈਂ ਗਾਣਾ ਗਾ ਸਕਦਾ, ਕਿਉਂਕਿ ਮੈਂ ਨਹੀਂ ਗਾ ਸਕਦਾ। ਅਫਸੋਸ ਹੈ ਇਸ ਗੱਲ ਦਾ ਕਿ ਮੈਂ ਗਾਣਾ ਨਹੀਂ ਗਾ ਸਕਦਾ, ਕਾਸ਼ ਮੈਂ ਗਾਣਾ ਗਾ ਸਕਦਾ। ਤਾਂ ਉੱਥੇ ਆਪਾਂ ਕਹਿੰਦੇ ਆਈ ਵਿਸ਼ ਆਈ ਕੁਡ ਸਿੰਗ ਅ ਸੌਂਗ, ਆਈ ਵਿਸ਼ ਆਈ ਕੁਡ ਸਿੰਗ ਅ ਸੌਂਗ, ਕਾਸ਼ ਮੈਂ ਗਾਣਾ ਗਾ ਸਕਦਾ ਬਟ ਆਈ ਕੈਨ ਨਾਟ, ਪਰ ਮੈਂ ਨਹੀਂ ਗਾ ਸਕਦਾ ਪ੍ਰੈਜੈਂਟ 'ਚ। ਹੁਣ ਜੇਕਰ ਇਹ ਗੱਲ ਨੂੰ 2-3 ਦਿਨ ਹੋ ਗਏ, ਆਪਾਂ 2-3 ਦਿਨ ਬਾਅਦ ਆਪਣੇ ਕਿਸੇ ਦੋਸਤ ਨੂੰ ਦੱਸਦੇ ਹਾਂ ਕਿ ਯਾਰ ਮੈਨੂੰ ਗਾਣਾ ਗਾਉਣ ਲਈ ਕਿਹਾ ਸੀ ਬਟ ਮੈਂ ਗਾ ਨਹੀਂ ਸਕਿਆ, ਬਟ ਆਈ ਕੁਡਨਟ ਡੂ ਇਟ, ਗਾ ਨਹੀਂ ਸਕਿਆ। ਉੱਥੇ ਆਪਾਂ ਪਾਸਟ ਵਾਲਾ ਇਹ ਫਾਰਮੂਲਾ ਆਈ ਵਿਸ਼ ਆਈ ਕੁਡ ਹੈਵ ਸੰਗ ਅ ਸੌਂਗ, ਕਾਸ਼ ਮੈਂ ਗਾਣਾ ਗਾ ਲਿਆ ਹੁੰਦਾ ਜਾਂ ਕਾਸ਼ ਮੈਂ ਗਾਣਾ ਗਾ ਚੁੱਕਾ ਹੁੰਦਾ, ਤਾਂ ਇਹ ਪਾਸਟ ਦਾ। ਬਟ ਆਈ ਕੁਡਨਟ, ਪਰ ਮੈਂ ਗਾ ਨਹੀਂ ਸਕਿਆ, ਇਹ ਪਾਸਟ ਦੀ ਗੱਲ ਹੈ। ਸੋ ਇਸ ਤਰ੍ਹਾਂ ਜੇ ਸਕਦਾ ਐਬਿਲਿਟੀ ਹੋਵੇ, ਸਕਦਾ ਆਪਾਂ ਅਫਸੋਸ ਕਰੀਏ ਕਿਸੇ ਗੱਲ ਦੇ ਲਈ ਵੀ ਮੈਂ ਗਾਣਾ ਨਹੀਂ ਗਾ ਸਕਿਆ, ਮੈਂ ਰੇਸ ਨਹੀਂ ਲਗਾ ਸਕਦਾ ਜਾਂ ਮੈਂ ਰੇਸ ਨਹੀਂ ਲਗਾ ਸਕਿਆ ਪਾਸਟ ਦੇ ਵਿੱਚ। ਇਸ ਤੋਂ ਇਲਾਵਾ ਹੋਰ ਵੀ ਕੁਝ, ਮੈਂ ਖਾਣਾ ਨਹੀਂ ਖਾ ਸਕਦਾ ਜਾਂ ਫਿਰ ਮੈਂ ਖਾਣਾ ਨਹੀਂ ਖਾ ਸਕਿਆ ਪਾਸਟ ਦੇ ਵਿੱਚ। ਉੱਥੇ ਸਕਦਾ ਸਕਦੀ ਦੇ ਲਈ ਆਪਾਂ ਨੇ ਇਹ ਜਿਹੜਾ ਸਟਰਕਚਰ ਹੈ ਇਹ ਯੂਜ਼ ਕਰਨਾ ਸੀ, ਨੇ ਲਿਖ ਲੈਣਾ ਹੈ। ਦੇਖੋ ਐਗਜ਼ਾਮਪਲ ਵੀ ਹੈ ਆਈ ਵਿਸ਼ ਆਈ ਕੁਡ ਗੋ ਟੂ ਸਿਨੇਮਾ, ਕਾਸ਼ ਮੈਂ ਸਿਨੇਮੇ ਜਾ ਸਕਦਾ ਬਟ ਆਈ ਕਾਂਟ, ਪਰ ਮੈਂ ਜਾ ਨਹੀਂ ਸਕਦਾ, ਮਤਲਬ ਮੈਨੂੰ ਕੋਈ ਕੰਮ ਹੋ ਸਕਦਾ, ਪ੍ਰੈਜੈਂਟ ਦੀ ਗੱਲ ਹੋਗੀ। ਇੱਥੇ ਬੀਤੇ ਸਮੇਂ ਦੀ ਗੱਲ ਦੱਸਦੇ ਹਾਂ, ਆਈ ਵਿਸ਼ ਆਈ ਕੁਡ ਹੈਵ ਗੋਨ ਟੂ ਸਿਨੇਮਾ, ਕਾਸ਼ ਮੈਂ ਸਿਨੇਮਾ ਜਾ ਸਕਦਾ ਹੁੰਦਾ ਬਟ ਆਈ ਕੁਡਨਟ, ਪਰ ਮੈਂ ਨਹੀਂ ਜਾ ਸਕਿਆ, ਮੈਨੂੰ ਕੋਈ ਕੰਮ ਸੀ ਪਾਸਟ ਦੇ ਵਿੱਚ। ਅਗਲਾ ਦੇਖੋ ਵੀ ਆਫਨ ਯੂਜ਼ ਆਈ ਵਿਸ਼, ਅਸੀਂ ਅਕਸਰ ਇਸ ਸਟਰਕਚਰ ਦਾ ਵੀ ਯੂਜ਼ ਕਰਦੇ ਹਾਂ ਆਈ ਵਿਸ਼ ਤੋਂ ਬਾਅਦ ਸਬਜੈਕਟ ਪਲੱਸ ਵੁੱਡ ਪਲੱਸ ਵਰਬ ਦੀ ਫਸਟ ਫਾਰਮ। ਆਪਾਂ 39 ਨੰਬਰ 38 39 ਤੇ 40 ਨੰਬਰ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜਾ ਆਈ ਵਿਸ਼ ਵਾਲੇ ਸਬਜੈਕਟ ਪਾਰਟ ਹੁੰਦਾ ਜਿਹੜਾ ਸੈਂਟੈਂਸ ਦਾ, ਆਈ ਵਿਸ਼ ਵਾਲਾ ਅਤੇ ਇਫ ਵਾਲਾ, ਉਸ ਦੇ ਵਿੱਚ ਆਪਾਂ ਵੁੱਡ ਦਾ ਯੂਜ਼ ਨਹੀਂ ਕਰਦੇ ਅਕਸਰ ਇਹ ਗੱਲ ਆਪਾਂ ਕਹੀ ਸੀ, ਬਟ ਕਰ ਵੀ ਸਕਦੇ ਹਾਂ। ਉਹ ਕਦੋਂ ਕਰਦੇ ਆ? ਉਹ ਕੋਈ ਸਪੈਸ਼ਲ ਸਿਚੁਏਸ਼ਨ ਹੁੰਦੀ ਹੈ। ਹੁਣ ਆਪਾਂ ਇਸ ਯੂਨਿਟ ਦੇ ਵਿੱਚ ਦੇਖਾਂਗੇ ਕਿ ਆਈ ਵਿਸ਼ ਵਾਲੇ ਜਿਹੜੇ ਸੈਂਟੈਂਸ ਹੁੰਦੇ ਨੇ ਉਹਨਾਂ ਦੇ ਨਾਲ ਵੀ ਆਪਾਂ ਵੁੱਡ ਦਾ ਯੂਜ਼ ਕਦੋਂ ਕਰਦੇ ਹਾਂ, ਜਦੋਂ ਕੀ ਸਿਚੁਏਸ਼ਨ ਹੁੰਦੀ ਹੈ। ਦੇਖੋ ਸਭ ਤੋਂ ਪਹਿਲੀ ਅਸੀਂ ਅਕਸਰ ਯੂਜ਼ ਕਰਦੇ ਹਾਂ ਇਹ ਸਟਰਕਚਰ ਦਾ। ਕਿਹੜਾ ਸਟਰਕਚਰ? ਆਈ ਵਿਸ਼ ਪਲੱਸ ਸਬਜੈਕਟ ਪਲੱਸ ਵੁੱਡ ਪਲੱਸ ਵਰਬ ਦੀ ਫਸਟ ਫਾਰਮ, ਉਸ ਤੋਂ ਬਾਅਦ ਆਬਜੈਕਟ। ਕਦੋਂ ਕਰਦੇ ਹਾਂ ਇਸ ਸਟਰਕਚਰ ਦਾ ਯੂਜ਼? ਟੂ ਕੰਪਲੇਨ ਅਬਾਊਟ ਅ ਸਿਚੁਏਸ਼ਨ, ਕਿਸੇ ਸਥਿਤੀ ਦੀ, ਕਿਸੇ ਪ੍ਰਸਥਿਤੀ ਦੀ ਜਦੋਂ ਆਪਾਂ ਕੰਪਲੇਨ ਕਰਦੇ ਹਾਂ,
ਮੰਨ ਲਓ ਆਪਣੇ ਮੁਤਾਬਕ ਕੋਈ ਸਿਚੁਏਸ਼ਨ ਹੈ, ਆਪਾਂ ਮੰਨ ਲਓ ਉਸ ਸਿਚੁਏਸ਼ਨ ਤੋਂ ਆਪਾਂ ਖੁਸ਼ ਨਹੀਂ ਹੈਗੇ, ਆਪਾਂ ਉਸ ਦੀ ਕੰਪਲੇਨ ਕਰਦੇ ਹਾਂ ਵੀ ਇਹ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ। ਆਪਾਂ ਉੱਥੇ ਕੰਪਲੇਨ ਇਹ ਕਰਾਂਗੇ, ਮੰਨ ਲਓ ਆਪਾਂ ਉੱਥੇ ਕਹਾਂਗੇ ਯਾਰ ਕਾਸ਼ ਇਹ ਚੀਜ਼ ਐਵੇਂ ਨਾ ਹੁੰਦੀ। ਮੰਨ ਲਓ ਆਪਾਂ ਕੰਪਲੇਨ ਆਪਾਂ ਉਸ ਤੋਂ ਖੁਸ਼ ਨਹੀਂ ਹੈਗੇ ਉਸ ਸਿਚੁਏਸ਼ਨ ਤੋਂ। ਜਿਸ ਤਰ੍ਹਾਂ ਐਗਜ਼ਾਮਪਲ ਦੇਖੋ, ਆਈ ਵਿਸ਼, ਆਪਾਂ ਕਿਸੇ ਨੂੰ ਕਹਿ ਰਹੇ ਹਾਂ ਆਈ ਵਿਸ਼ ਯੂ ਵੁੱਡ ਡੂ ਸਮਥਿੰਗ, ਕਹਿੰਦੇ ਕਾਸ਼ ਤੂੰ ਕੁਝ ਕਰਦਾ ਹੁੰਦਾ ਇੰਸਟੈਡ ਆਫ ਜਸਟ ਸਿਟਿੰਗ ਐਂਡ ਡੂਇੰਗ ਨਥਿੰਗ, ਵਿਹਲਾ ਬੈਠਣ ਨਾਲੋਂ। ਮੰਨ ਲਓ ਕੋਈ ਇਨਸਾਨ ਹੈ, ਆਪਣਾ ਕੋਈ ਦੋਸਤ ਹੈ, ਉਹ ਕੋਈ ਕੰਮਕਾਰ ਨਹੀਂ ਕਰਦਾ, ਵਿਹਲਾ ਬੈਠਾ ਹੈ, ਤਾਂ ਜਦੋਂ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਯਾਰ ਮੈਨੂੰ ਅਫਸੋਸ ਹੈ, ਕਾਸ਼ ਤੂੰ ਕੁਝ ਨਾ ਕੁਝ ਵਿਹਲੇ ਬੈਠਣ ਨਾਲੋਂ ਤੂੰ ਕੁਝ ਨਾ ਕੁਝ ਕੰਮ ਕਰ ਲਿਆ ਹੁੰਦਾ। ਤਾਂ ਇੱਥੇ ਆਪਾਂ ਕੀ ਕਰ ਰਹੇ ਹਾਂ, ਇੱਥੇ ਆਪਾਂ ਕੰਪਲੇਨ ਕਰ ਰਹੇ ਹਾਂ ਅਬਾਊਟ ਅ ਸਿਚੁਏਸ਼ਨ, ਇਸ ਸਿਚੁਏਸ਼ਨ ਦੀ। ਕਿਹੜੀ ਸਿਚੁਏਸ਼ਨ ਦੀ? ਕਿ ਆਪਣਾ ਦੋਸਤ ਆ ਜਿਹੜਾ ਵਿਹਲਾ ਬੈਠਿਆ, ਇਹ ਜਿਹੜੀ ਪਰਿਸਥਿਤੀ ਹੈ ਆਪਾਂ ਉਸ ਦੀ ਕੰਪਲੇਨ ਕਰ ਰਹੇ ਹਾਂ। ਤਾਂ ਉੱਥੇ ਆਪਾਂ ਇਹ ਵਾਲਾ ਸਟਰਕਚਰ ਹੈ ਜਿਹੜਾ ਯੂਜ਼ ਕਰ ਸਕਦੇ ਹਾਂ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਗਲੀ ਦੇਖੋ, ਯੂ ਕੈਨ ਯੂਜ਼ ਆਈ ਵਿਸ਼, ਆਪਾਂ ਆਈ ਵਿਸ਼ ਤੋਂ ਬਾਅਦ ਸਬਜੈਕਟ, ਉਸ ਤੋਂ ਬਾਅਦ ਵੁੱਡ ਨਾਟ ਪਲੱਸ ਵਰਬ ਦੀ ਫਸਟ ਫਾਰਮ ਆਬਜੈਕਟ। ਆਪਾਂ ਇਸ ਸਟਰਕਚਰ ਦਾ ਯੂਜ਼ ਕਦੋਂ ਕਰ ਸਕਦੇ ਹਾਂ? ਟੂ ਕੰਪਲੇਨ, ਇੱਥੇ ਵੀ ਕੰਪਲੇਨ ਕਰਨ ਦੇ ਲਈ, ਟੂ ਕੰਪਲੇਨ ਅਬਾਊਟ ਥਿੰਗਸ ਦੈਟ ਪੀਪਲ ਡੂ ਰਿਪੀਟਡਲੀ। ਆਪਾਂ ਉਹਨਾਂ ਸਥਿਤੀਆਂ ਦੀ, ਉਹਨਾਂ ਪਰਿਸਥਿਤੀਆਂ ਦੀ ਜਦੋਂ ਆਪਾਂ ਕੰਪਲੇਨ ਕਰਦੇ ਹਾਂ ਜਿਹੜੀਆਂ ਲੋਕ ਬਾਰ-ਬਾਰ ਕਰਦੇ ਨੇ ਔਰ ਆਪਾਂ ਨੂੰ ਪਸੰਦ ਨਹੀਂ ਹੈਗੇ, ਆਪਾਂ ਉਸ ਚੀਜ਼ ਦੀ ਜਦੋਂ ਕੰਪਲੇਨ ਕਰਦੇ ਹਾਂ ਉੱਥੇ ਆਪਾਂ ਇਹ ਸਟਰਕਚਰ ਯੂਜ਼ ਕਰ ਸਕਦੇ ਹਾਂ। ਆਈ ਵਿਸ਼ ਸਬਜੈਕਟ ਵੁੱਡ ਨਾਟ ਵਰਬ ਦੀ ਫਸਟ ਫਾਰਮ। ਜਿਹੜੀ ਇਹ ਕੰਪਲੇਨ ਤੀ ਇਹ ਆਪਾਂ ਕਿਸੇ ਸਿਰਫ ਸਿਚੁਏਸ਼ਨ ਦੀ, ਕੋਈ ਮੰਨ ਲਓ ਪਰਿਸਥਿਤੀ ਆਪਣੇ ਸਾਹਮਣੇ, ਆਪਾਂ ਉਸ ਦੀ ਕੰਪਲੇਨ, ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਆਪਣੇ ਦੋਸਤ ਨੂੰ ਕਿ ਸਾਰਾ ਦਿਨ ਤੂੰ ਵਿਹਲਾ ਬੈਠਾ ਰਹਿਣਾ, ਕਾਸ਼ ਤੂੰ ਕੁਝ ਨਾ ਕੁਝ ਕੰਮ ਕਰਦਾ ਹੁੰਦਾ। ਬਟ ਇੱਥੇ ਆਪਾਂ ਕੰਪਲੇਨ ਕਰਦੇ ਹਾਂ ਅਬਾਊਟ ਥਿੰਗਸ ਦੈਟ ਪੀਪਲ ਡੂ ਰਿਪੀਟਡਲੀ, ਵੀ ਲੋਕ ਜਿਹੜੇ ਬਾਰ-ਬਾਰ ਕਰਦੇ ਨੇ, ਕੋਈ ਗਲਤ ਕੰਮ ਕਰਦੇ ਨੇ, ਆਪਾਂ ਉਹਨਾਂ ਦੀ ਕੰਪਲੇਨ ਕਰਦੇ ਹਾਂ ਜਦੋਂ, ਉੱਥੇ ਆਪਾਂ ਆਈ ਵਿਸ਼ ਦਾ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇਖੋ, ਆਈ ਵਿਸ਼ ਯੂ ਵੁੱਡ ਨਾਟ ਕੀਪ ਇੰਟਰਪਟਿੰਗ ਮੀ, ਕਹਿੰਦਾ ਕਾਸ਼ ਤੂੰ ਮੈਨੂੰ ਬਾਰ-ਬਾਰ ਇੰਟਰਪਟ ਹੁੰਦੇ ਆਪਾਂ ਨੂੰ ਮਤਲਬ ਵਿਘਨ ਪਾਉਣਾ ਆਪਣੇ ਕਿਸੇ ਕੰਮ ਦੇ ਵਿੱਚ, ਆਪਾਂ ਨੂੰ ਡਿਸਟਰਬ ਕਰਨਾ। ਕਾਸ਼ ਕਹਿੰਦਾ ਤੂੰ ਮੈਨੂੰ ਬਾਰ-ਬਾਰ ਡਿਸਟਰਬ ਨਾ ਕਰੇ। ਤਾਂ ਇੱਥੇ ਰਿਪੀਟਡਲੀ, ਵੀ ਮੰਨ ਲਓ ਕੋਈ ਰਿਪੀਟਡਲੀ ਆਪਾਂ ਨੂੰ ਡਿਸਟਰਬ ਕਰ ਰਿਹਾ ਹੈ, ਆਪਾਂ ਨੂੰ ਇੰਟਰਪਟ ਕਰ ਰਿਹਾ ਹੈ, ਵਿਘਨ ਪਾ ਰਿਹਾ ਆਪਣੇ ਕੰਮ ਦੇ ਵਿੱਚ, ਤਾਂ ਆਪਾਂ ਕਹਿ ਸਕਦੇ ਹਾਂ ਆਈ ਵਿਸ਼ ਯੂ ਵੁੱਡ ਨਾਟ ਕੀਪ ਇੰਟਰਪਟਿੰਗ ਮੀ, ਕਾਸ਼ ਤੂੰ ਮੈਨੂੰ ਬਾਰ-ਬਾਰ ਇੰਟਰਪਟ ਨਾ ਕਰੇ। ਤਾਂ ਇਹੀ ਜੀ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਆਈ ਵਿਸ਼ ਤੋਂ ਬਾਅਦ ਵੁੱਡ ਦਾ ਯੂਜ਼ ਕਰ ਸਕਦੇ ਹਾਂ। ਲਾਸਟ ਦੇਖੋ, we use I wish plus subject plus would plus verb ਦੀ ਫਸਟ ਫਾਰਮ ਆਬਜੈਕਟ। ਇਹੀ ਇਸੇ ਵਾਲਾ ਸੇਮ ਇਹ ਸਟਰਕਚਰ ਇਹ ਆਪਾਂ ਕਦੋਂ ਯੂਜ਼ ਕਰਦੇ ਹਾਂ? ਟੂ ਸੇ ਦੈਟ, ਇਹ ਕਹਿਣ ਲਈ we want something happen, ਜਦੋਂ ਆਪਾਂ ਚਾਹੁੰਦੇ ਹਾਂ ਵੀ ਕਾਸ਼ ਇਹ ਘਟਨਾ ਘਟੇ, ਆਪਾਂ ਕਿਸੇ ਘਟਨਾ ਦੇ ਘਟਣ ਦੇ ਲਈ ਆਪਾਂ ਮਤਲਬ ਕਿ ਆਪਾਂ ਚਾਹੁੰਦੇ ਹਾਂ, ਆਪਾਂ ਲਾਈਕ ਕਰਦੇ ਹਾਂ ਵੀ ਆਹ ਚੀਜ਼ ਹੋਵੇ, ਤਾਂ ਉੱਥੇ ਆਪਾਂ ਇਹ ਸਟਰਕਚਰ ਦਾ ਯੂਜ਼ ਕਰ ਸਕਦੇ ਹਾਂ। ਸਬਜੈਕਟ ਵੁੱਡ, I wish subject would verb ਦੀ ਫਸਟ ਫਾਰਮ ਆਬਜੈਕਟ। ਟੂ ਸੇ ਦੈਟ ਵੀ ਵਾਂਟ ਸਮਥਿੰਗ ਹੈਪਨ, ਕਿ ਆਪਾਂ ਚਾਹੁੰਦੇ ਹਾਂ ਵੀ ਆਹ ਚੀਜ਼ ਹੈਪਨ। ਜੇ ਆਪਾਂ ਕਹੀਏ ਕਾਸ਼ ਮੀਂਹ ਪੈ ਜੇ, ਹੈ ਨਾ, ਜਾਂ ਆਪਾਂ ਕਹਿੰਦੇ ਕਾਸ਼ ਮੇਰਾ ਦੋਸਤ ਅੱਜ ਮੇਰੇ ਕੋਲ ਆ ਜੇ, ਮਤਲਬ ਇਸ ਤਰ੍ਹਾਂ ਵੀ ਆਹ ਘਟਨਾ ਘਟੇ ਕੋਈ। ਬਟ ਵੀ ਡੂ ਨਾਟ ਯੂਜ਼ ਆਈ ਵਿਸ਼, ਪਰ ਆਈ ਵਿਸ਼ ਤੋਂ ਬਾਅਦ ਵੁੱਡ ਦਾ ਆਪਾਂ ਯੂਜ਼, ਇਸ ਸਟਰਕਚਰ ਦਾ ਯੂਜ਼ ਆਪਾਂ ਕਦੋਂ ਨਹੀਂ ਕਰਦੇ? ਟੂ ਸੇ ਹਾਊ ਵੀ ਵੁੱਡ ਲਾਈਕ ਥਿੰਗਸ ਟੂ ਬੀ, ਵੀ ਜਦੋਂ ਆਪਾਂ ਇਹ ਕਹਿਣਾ ਹੋਵੇ ਕਿ ਚੀਜ਼ਾਂ ਪਰਿਸਥਿਤੀਆਂ ਕਿਹੋ ਜਿਹੀਆਂ ਹੋਣ, ਜਾਂ ਫਿਰ ਕਹਿ ਸਕਦੇ ਹਾਂ ਜਦੋਂ ਆਪਾਂ ਸੇਮ ਉਸੇ ਤਰ੍ਹਾਂ ਰਿਗਰੈਟ, ਕਿਸੇ ਗੱਲ ਦਾ ਅਫਸੋਸ ਕਰਦੇ ਹਾਂ, ਤਾਂ ਉੱਥੇ ਆਪਾਂ ਵੁੱਡ ਨਾਲ ਨਹੀਂ ਕਰ ਸਕਦੇ। ਆਪਾਂ ਵੁੱਡ ਨਾਲ ਸਿਰਫ ਉਦੋਂ ਕਹਿ ਸਕਦੇ ਜਦੋਂ ਆਪਾਂ ਇਹ ਗੱਲ ਚਾਹੀਏ ਵਾਂਟ ਸਮਥਿੰਗ ਹੈਪਨ, ਕਿ ਆਪਾਂ ਚਾਹੁੰਦੇ ਹਾਂ ਵੀ ਆਹ ਚੀਜ਼ ਹੋ ਜੇ, ਤਾਂ ਉੱਥੇ ਜਿਸ ਤਰ੍ਹਾਂ ਐਗਜ਼ਾਮਪਲ ਦੇਖੋ, ਸਭ ਤੋਂ ਪਹਿਲੀ ਵੁੱਡ ਨਾਲ ਵੀ ਆਹ ਚੀਜ਼ ਹੋ ਜੇ, ਜਿਸ ਤਰ੍ਹਾਂ ਕਿ ਆਈ ਵਿਸ਼ ਹੀ ਵੁੱਡ ਬਾਏ ਮੀ ਅ ਕਾਰ, ਕਾਸ਼ ਉਹ ਮੈਨੂੰ ਇੱਕ ਕਾਰ ਖਰੀਦ ਕੇ ਦੇ ਦੇ। ਦੇਖੋ ਇਹ ਆਪਾਂ ਚਾਹ ਰਹੇ ਹਾਂ ਵਾਂਟ, ਆਪਾਂ ਚਾਹੁੰਦੇ ਹਾਂ ਵਾਂਟ ਸਮਥਿੰਗ ਹੈਪਨ, ਵੀ ਕਾਸ਼ ਅਜਿਹੀ ਗੱਲ ਹੋ ਜੇ ਕਿ ਉਹ ਮੈਨੂੰ ਕਾਰ ਖਰੀਦ ਕੇ ਦੇ ਦੇ, ਮਤਲਬ ਕਿ ਅਜਿਹੀ ਘਟਨਾ ਹੋ ਜੇ, ਇਹ ਆਪਾਂ ਚਾਹੁੰਦੇ ਹਾਂ। ਤਾਂ ਕਰਕੇ ਆਈ ਵਿਸ਼ ਤੋਂ ਬਾਅਦ ਸਬਜੈਕਟ ਵੁੱਡ ਵਰਬ ਦੀ ਫਸਟ ਫਾਰਮ, ਉਸ ਤੋਂ ਬਾਅਦ ਆਬਜੈਕਟਿਵ ਪਾਰਟ ਆ ਗਿਆ। ਬਟ ਜਦੋਂ ਆਪਾਂ ਸਿਰਫ ਇਮੈਜੀਨੇਸ਼ਨ ਨਹੀਂ, ਜਦੋਂ ਆਪਾਂ ਸਿਰਫ ਰਿਗਰੈਟ ਕਰਦੇ ਹਾਂ, ਅਫਸੋਸ ਕਰਦੇ ਹਾਂ, ਉੱਥੇ ਆਪਾਂ ਵੁੱਡ ਦਾ ਯੂਜ਼ ਨਹੀਂ ਕਰਾਂਗੇ। ਉੱਥੇ ਆਪਾਂ ਸੇਮ ਜਿਹੜੇ ਆਪਾਂ ਪਹਿਲਾਂ ਕਰਕੇ ਹਟਿਆ 39 ਨੰਬਰ 40 ਨੰਬਰ ਦੇ ਵਿੱਚ, ਦੇਖੋ ਆਈ ਵਿਸ਼ ਆਈ ਹੈਡ ਅ ਕਾਰ, ਕਾਸ਼ ਮੇਰੇ ਕੋਲ ਇੱਕ ਕਾਰ ਹੁੰਦੀ। ਇਸ ਗੱਲ ਦਾ ਆਪਾਂ ਅਫਸੋਸ ਕਰ ਰਹੇ ਹਾਂ ਵੀ ਯਾਰ ਮੇਰੇ ਕੋਲ ਕਾਰ ਨਹੀਂ ਹੈਗੀ, ਕਾਸ਼ ਮੇਰੇ ਕੋਲ ਕਾਰ ਹੁੰਦੀ। ਤਾਂ ਇਸ ਲਈ ਇੱਥੇ ਆਪਾਂ ਇਹ ਸਟਰਕਚਰ ਯੂਜ਼ ਕਰਾਂਗੇ। ਇੱਥੇ ਆਪਾਂ ਆਈ ਵਿਸ਼ ਤੋਂ ਬਾਅਦ ਵੁੱਡ ਦਾ ਯੂਜ਼ ਨਹੀਂ ਕਰਾਂਗੇ। ਇੱਥੇ ਆਪਾਂ ਇਹ ਨਹੀਂ ਕਹਾਂਗੇ ਆਈ ਵਿਸ਼ ਆਈ ਵਿਸ਼ ਆਈ ਵੁੱਡ ਹੈਵ ਅ ਕਾਰ, ਆਈ ਵਿਸ਼ ਆਈ ਵੁੱਡ ਹੈਵ ਅ ਕਾਰ ਨਹੀਂ, ਆਈ ਵਿਸ਼ ਆਈ ਹੈਡ ਅ ਕਾਰ, ਕਾਸ਼ ਮੇਰੇ ਕੋਲ ਇੱਕ ਕਾਰ ਹੁੰਦੀ। ਬਟ ਇੱਥੇ ਆਪਾਂ ਚਾਹੁੰਦੇ ਆਪਾਂ ਵੀ ਕੋਈ ਚੀਜ਼ ਅਜਿਹੀ ਘਟਨਾ ਹੋ ਜੇ, ਕਾਸ਼ ਮੈਨੂੰ ਕੋਈ ਮੇਰਾ ਦੋਸਤ ਜਾਂ ਕੋਈ ਵੀ ਮੈਨੂੰ ਕੋਈ ਕਾਰ ਖਰੀਦ ਕੇ ਦੇ ਦੇ, ਤਾਂ ਆਪਾਂ ਕਹਾਂਗੇ ਆਈ ਵਿਸ਼ ਹੀ ਵੁੱਡ ਬਾਏ ਮੀ ਅ ਕਾਰ।
सो ये सारे रूल्स ने जिहड़े याद रखने ने। मैं समझदा कि थोड़ा पजलिंग हो सकता है, बट तुसीं कॉपी के उपर सारे कल्ला कल्ला करके इस तरह लिखो। जेकर नहीं समझ आया तो एक बार दोबारा वीडियो नूं प्ले करके शुरू तो जिहड़े आपां ये रूल्स समझाए ने एक बार दोबारा सुनो, उस तो बाद अगे आपां इस दियां एक्सरसाइज ने जिहड़ियां वो करांगे। एंड हुण अगे देखो इस यूनिट की जिहड़ी फस्ट एक्सरसाइज है वो आपां करन जा रहे हाँ 41.1। इस दे विच की करना है, पुट इन विश या फिर विश्ड, मतलब कि जेकर प्रेजेंट दे विच है विश, जेकर पास्ट दे विच आपां नूं लगदा तां विश्ड ईडी, या फिर होप या होप्ड। जे पास्ट दे विच है होप्ड डी लग जाएगा, जेकर प्रेजेंट दे विच है अपना प्रेजेंट दे विच है फिर होप। हुण देखो मैं तुहानूं दस्सिया सी विश अते होप दे विच की अंतर है। देखो वी से विश, असी किसी नूं विश करते हैं, समबडी समथिंग, किसी नूं कुछ असी विश करते हैं, जिस तरह की लक विश करते हैं, आई विश यू गुड लक, आई विश यू हैप्पी मैरिज, आई विश यू हैप्पी जर्नी। तो जो आप विश करते किसी नूं इस तरह कोई वधिया वधिया दुआ दिंदे है ना, तो उत्ते विश का यूज़ करते हैं। बट वी कैन नॉट से आई विश, पर असी आई विश का यूज़ नहीं करते दैट समथिंग हैपन। जो आपां किसी नूं कोई घटना जिहड़ी आपां चाहिए कि इस तरह होवे, उत्थे आपां उम्मीद करते हैं, विश नहीं करते उम्मीद करते हैं। जिस तरह की आप पहले एक एग्जाम्पल करी सी कि तुसी बहुत बीमार हो है ना, तुसी मैं उम्मीद करदा तुसी बहुत जल्दी ठीक हो जावो। इत्थे आपां भी समथिंग हैपन, भी कुछ घटना होवे, की होवे भी तुसी ठीक हो जाओ। जो इस तरह आप किसी सिचुएशन की उम्मीद करते हैं कि आ घटना हो जाए, ये हैपन हो, ये चीज़ हैपन होवे, तो उत्थे होप का यूज़ करना है। जो आप किसी को सिर्फ विश करते हैं कोई समथिंग, कोई चीज़ में गुड लक गुड बाय इस तरह, उत्थे आप विश का यूज़ करते हैं। उस तो बाद आप देखना है प्रेजेंट अते पास्ट। जेकर प्रेजेंट है तो आप सिर्फ विश या होप, जेकर पास्ट है विश्ड अते होप्ड। सब तो पहला देखो फस्ट पढ़ो। फस्ट दे विच की कह रहा है, आई यू अ प्लीजेंट स्टे हेयर, मतलब कि कहना चाह रहा है कि तुहाडा इत्थे जिहड़ी तुहाडी स्टे है खुशियां भरी होवे। देखो इत्थे विश, ये विश कर रहा है भी तुहाडी इत्थे जिहड़ी स्टे है वो खुशियां भरी होवे, मतलब समथिंग हैपन, कोई घटना होने बारे गल नहीं कर रहा कि आ चीज़ होवे, उत्थे तो होप हुंदा। ये सिर्फ विश कर रहा कि इत्थे तुहाडा रहना जिहड़ा वो खुशियां भरिया होवे, इसलिए आपां इत्थे विश का यूज़ करांगे। और अगली गल ये पास्ट की गल नहीं हैगी, प्रेजेंट की है, तो इसलिए सिर्फ इत्थे विश है जिहड़ा उसका यूज़ होएगा। जदों पास्ट की होएगी तो आपां नूं सेंटेंस तो पता चल जाएगा, पास्ट दे विच सेंटेंस होएगा। अगला देखो इंजॉय योर हॉलीडे, आप कह रहे हैं किसी को इंजॉय योर हॉलीडे, अपना हॉलीडे इंजॉय करो। आई यू हैव अ ग्रेट टाइम, तो की कह रहा है, कहना मैनू इत्थे उम्मीद कर रहा कि तुहाडा समा जिहड़ा वो चंगा बीते। इत्थे समथिंग हैपन की गल हो रही है कि तुहाडा अपना इंजॉय करो हॉलीडे, जिहड़ा तुहाडा समा है हॉलीडे का, कि मैं उम्मीद करदा हो चंगा बीते। इत्थे समथिंग हैपन की गल हो रही है, इत्थे विश नहीं किया जा रहा। आपां किसी नूं ये कह रहे हैं भी तुहाडा समा चंगा निकले, मतलब कि जिहड़ा आउण वाला समा है तुहाडा वो वधिया हैपन होवे, वधिया वापरे, मतलब कि इसलिए इत्थे आपां होप कर रहे हैं। और प्रेजेंट दे विच है, ये पास्ट दे विच नहीं है, इसलिए आई होप आएगा इत्थे सिर्फ। आई होप यू हैव अ ग्रेट टाइम। अगला देखो गुड बाय, थर्ड दे विच किसी को कह रहा गुड बाय, आई यू ऑल द बेस्ट। देखो इत्थे ऑल द बेस्ट कह रहा है, इत्थे विश कर रहा है, आई विश यू ऑल द बेस्ट, क्योंकि प्रेजेंट दी ही है, पास्ट का नहीं है। गुड बाय प्रेजेंट च कह रहा है, गुड बाय आई विश यू ऑल द बेस्ट। अगला चौथा, वी सैड गुड बाय टू ईच अदर। इत्थे देखो वी सैड, ये पास्ट दे विच है, याद रखे जो भी आऊगा तो पास्ट दे विच आएगा, विश्ड या फिर होप होप्ड, वो आप देखा की आएगा। देखो ये की कह रहा है, वी सैड गुड बाय ईच अदर, असी एक दूसरे नूं गुड बाय कीता, एंड ईच अदर लक, अते एक दूसरे नूं लक है जिहड़ा विश कीता। देखो इत्थे विश कर रहा है, लक कर रहा है, तो विश है तो मतलब पास्ट दे विच है तो विश्ड, इत्थे विश्ड आएगा। कुछ हैपन होने की गल नहीं हुई, इत्थे घटना होने की गल नहीं हुई, सिर्फ विश कीता है, गुड लक। पंजवां, वी आर गोइंग टू हैव अ पिकनिक टुमोरो, असी कल नूं पिकनिक है जिहड़ी मतलब पिकनिक ते जा रहे हाँ, पास्ट की गल नहीं हैगी, कल आने वाले कल की हो रही है, असी पिकनिक ते जा रहे हाँ। सो आई द वैदर इज नाइस, देखो इत्थे यह चाह रहा है कि जिहड़ा मौसम है, जिवें मतलब आप कह रहे हैं कि असी कल नूं पिकनिक ते जा रहे हैं और असी उम्मीद करते हैं कि जिहड़ा मौसम है वधिया होवे, मतलब इत्थे विश नहीं किया जा रहा, इत्थे उम्मीद की जा रही है कि मौसम है जिहड़ा वो वधिया होवे, समथिंग हैपन, कि वधिया वधिया घटना घटे हैपन होवे, तां इसलिए सो आई होप, सो आई होप द वैदर इज नाइस। छेवां, आई यू लक इन योर न्यू जॉब, देखो
ਲੱਕ ਕਰ ਰਿਹਾ ਮਤਲਬ ਵਿਸ਼ ਕਰ ਰਿਹਾ ਹੈ ਤਾਂ ਵਿਸ਼, ਕਿਉਂਕਿ ਪਾਸਟ ਤਾਂ ਨਹੀਂ ਹੈਗਾ ਤਾਂ ਵਿਸ਼। ਆਈ ਵਿਸ਼ ਯੂ ਲੱਕ ਇਨ ਯੋਰ ਨਿਊ ਜੋਬ, ਤੁਹਾਡੀ ਨਵੀਂ ਜੋਬ ਦੇ ਲਈ ਮੈਂ ਤੁਹਾਨੂੰ ਲੱਕ ਮਤਲਬ ਗੁੱਡ ਲੱਕ ਕਹਿੰਦਾ ਉਸ ਨੂੰ। ਆਈ ਇਟ ਵਰਕ ਆਊਟ ਵੈਲ ਫॉर ਯੂ, ਦੇਖੋ ਇੱਥੇ ਕਹਿੰਦਾ ਮੈਂ ਉਮੀਦ ਕਰਦਾ ਇਹ ਜਿਹੜਾ ਕੰਮ ਹੈ ਤੁਹਾਡਾ ਨਵੀਂ ਜੋਬ ਹੈ ਤੁਹਾਡੇ ਲਈ ਵਧੀਆ ਜਿਹੜਾ ਕੰਮ ਹੈ, ਇਟ ਵਰਕ ਆਊਟ ਵੈਲ ਫॉर ਯੂ, ਤੁਹਾਡੇ ਲਈ ਵਧੀਆ ਜਿਹੜਾ ਕੰਮ ਹੈ ਲੈ ਕੇ ਆਵੇ। ਤਾਂ ਇਸ ਲਈ ਆਈ ਹੋਪ ਇੱਥੇ ਉਮੀਦ ਕਰ ਰਿਹਾ, ਆਈ ਹੋਪ ਇਟ ਵਰਕਸ ਵੀ ਤੁਹਾਡੇ ਲਈ ਜਿਹੜਾ ਨਵਾਂ ਜੋਬ ਹੈ ਤੁਹਾਡੇ ਲਈ ਬਹੁਤ ਵਧੀਆ ਕੰਮ ਕਰੇ ਇਹ। ਆਈ ਹੋਪ ਇਟ ਵਰਕਸ ਆਊਟ ਵੈਲ ਫॉर ਯੂ, ਤੁਹਾਡੇ ਲਈ ਇਹ ਵਧੀਆ ਕੰਮ ਕਰੇ। ਸੋ ਇਸ ਤਰ੍ਹਾਂ ਆਪਾਂ ਵਿਸ਼ ਅਤੇ ਹੋਪ ਦਾ ਯੂਜ਼ ਕਰਨਾ। ਵਿਸ਼ ਸਿਰਫ ਕਿਸੇ ਨੂੰ ਕੋਈ ਵਿਸ਼ ਕਰਦੇ ਹਾਂ, ਲੱਕ ਵਿਸ਼ ਕਰਦੇ ਹਾਂ, ਹੈਪੀ ਮੈਰਿਜ, ਹੈਪੀ ਐਨੀਵਰਸਰੀ, ਹੈਪੀ ਜਰਨੀ, ਇਸ ਤਰ੍ਹਾਂ ਤਾਂ ਵਿਸ਼। ਜੇਕਰ ਕੁਝ ਦੈਟ ਸਮਥਿੰਗ ਹੈਪਨ, ਕਿ ਇਹ ਆਪਾਂ ਕਿਸ ਨੂੰ ਉਮੀਦ ਲਗਾਈ ਕਿ ਆਹ ਚੀਜ਼ ਵਧੀਆ ਹੋਵੇਗੀ, ਤੁਸੀਂ ਬਹੁਤ ਜਲਦੀ ਠੀਕ ਹੋ ਜਾਓ, ਮੈਂ ਉਮੀਦ ਕਰਦਾ ਬਹੁਤ ਜਲਦੀ ਠੀਕ ਹੋ ਜਾਓ, ਮੈਨੂੰ ਉਮੀਦ ਹੈ ਤੁਹਾਡਾ ਕੰਮ ਤੁਹਾਡੇ ਲਈ ਬਹੁਤ ਵਧੀਆ ਮਤਲਬ ਸਾਬਿਤ ਹੋਵੇਗਾ। ਜਾਂ ਫਿਰ ਕਹਿੰਦੇ ਆ ਮੈਂ ਉਮੀਦ ਕਰਦਾ ਸਾਡਾ ਜਿਹੜਾ ਮੌਸਮ ਹੈ ਉਹ ਬਹੁਤ ਵਧੀਆ ਹੋਵੇ। ਤਾਂ ਇਸ ਤਰ੍ਹਾਂ ਆਪਾਂ ਉੱਥੇ ਹੋਪ ਦਾ ਯੂਜ਼ ਕਰਾਂਗੇ। ਸੋ ਇਹ ਸੀ ਆਪਣੀ 41 ਨੰਬਰ ਜਿਹੜੀ ਆਪਣੀ ਯੂਨਿਟ ਹੈ ਇਸ ਦਾ ਪਾਰਟ 1। ਐਂਡ ਅੱਗੇ ਹੁਣ ਆਪਣੀ ਇਸ ਯੂਨਿਟ ਦਾ ਆਪਣਾ ਸੈਕੰਡ ਪਾਰਟ ਹੈ ਜਿਹੜਾ ਉਹ ਆਪਾਂ ਦੇਖਦੇ ਹਾਂ। ਬਿਲਕੁਲ ਆਸਾਨ ਹੈ, ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, what do you say in these situations, ਆਪਾਂ ਨੇ ਇਹਨਾਂ ਨੂੰ ਕੁਝ ਸਿਚੁਏਸ਼ਨ ਨੇ ਜਿਹੜੀਆਂ ਆਪਾਂ ਨੂੰ ਇਹਨਾਂ ਨੇ ਦਿੱਤੀਆਂ ਹੋਈਆਂ ਨੇ, ਉਸ ਤੋਂ ਨੀਚੇ ਆਪਾਂ ਨੇ ਦੁਬਾਰਾ ਲਿਖਣਾ ਹੈ ਵੀ ਤੁਸੀਂ ਕੀ ਕਹੋਗੇ, ਆਪਾਂ ਨੇ ਨੀਚੇ ਲਿਖਣਾ ਹੈ। ਔਰ ਲਿਖਣਾ ਕਿਵੇਂ ਹੈ, ਰਾਈਟ ਸੈਂਟੈਂਸਸ, ਤੁਸੀਂ ਕਹਿੰਦਾ ਦੁਬਾਰਾ ਜਦੋਂ ਸੈਂਟੈਂਸ ਲਿਖਣਾ ਹੈ ਵਿਦ ਆਈ ਵਿਸ਼, ਉਸ ਤੋਂ ਬਾਅਦ ਵੁੱਡ, ਮਤਲਬ ਕਿ ਆਈ ਵਿਸ਼ ਤੋਂ ਬਾਅਦ ਆਪਾਂ ਨੇ ਵੁੱਡ ਦਾ ਯੂਜ਼ ਕਰਨਾ ਹੈ। ਮਤਲਬ ਕਿ ਸਟਰਕਚਰ ਆਪਣਾ ਬਣੂਗਾ ਆਈ ਵਿਸ਼, ਪਹਿਲਾਂ ਆਈ ਵਿਸ਼ प्लस उस तो बाद प्लस सब्जैक्ट प्लस वुड प्लस वर्ब दी फर्स्ट फॉर्म ऑब्जेक्ट। ਤੁਸੀਂ ਸਾਰਿਆਂ ਦੇ ਵਿੱਚ ਬਸ ਇਹ ਸਟਰਕਚਰ ਬਣਾਉਂਦੇ ਜਾਣਾ, ਕਿਉਂਕਿ ਇਹਨਾਂ ਨੇ ਆਪਾਂ ਨੂੰ ਕਿਹਾ ਆਈ ਵਿਸ਼ ਵੁੱਡ, ਮਤਲਬ ਕਿ ਇਹ ਸਟਰਕਚਰ ਬਣੂਗਾ, ਸਾਰਿਆਂ ਦੇ ਵਿੱਚ ਇਹ ਸਟਰਕਚਰ ਬਣਾਉਣਾ ਹੈ। ਬਟ ਪੰਜਾਬੀ ਸਮਝ ਕੇ ਆਪਾਂ ਨੇ ਅੱਗੇ ਕਹਿਣਾ ਕੀ ਹੈ ਉਹ ਆਪਾਂ ਨੂੰ ਆਉਣਾ ਚਾਹੀਦਾ। ਦੇਖੋ ਬਿਲਕੁਲ ਆਸਾਨ ਹੈ, ਦੇਖੋ ਪਹਿਲਾਂ ਕਰਾਂਗੇ ਤੁਹਾਨੂੰ ਆਸਾਨੀ ਨਾਲ ਸਾਰੇ ਸਮਝ ਆ ਜਾਣਗੇ। ਪਹਿਲੇ ਦੇ ਵਿੱਚ ਫਸਟ ਦੇ ਵਿੱਚ ਕੀ ਕਹਿ ਰਿਹਾ ਹੈ, ਇਟਸ ਰੇਨਿੰਗ, ਕਹਿੰਦੇ ਮੀਂਹ ਪੈ ਰਿਹਾ ਹੈ, ਇਟਸ ਰੇਨਿੰਗ ਵਰਖਾ ਹੋ ਰਹੀ ਹੈ। ਯੂ ਵਾਂਟ ਟੂ ਗੋ ਆਊਟ, ਅਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਬਟ ਨੋਟ ਇਨ ਦ ਰੇਨ, ਪਰ ਵਰਖਾ ਦੇ ਵਿੱਚ ਬਾਹਰ ਨਹੀਂ, ਮਤਲਬ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਬਟ ਮੀਂਹ ਪੈਂਦੇ ਵਿੱਚ ਨਹੀਂ। ਤਾਂ ਇਸ ਲਈ ਆਪਾਂ ਵਿਸ਼ ਕੀ ਕਰਾਂਗੇ, ਹੁਣ ਦੇਖੋ ਓਬਵੀਅਸ ਹੈ ਬਾਹਰ ਵਰਖਾ ਹੋ ਰਹੀ ਹੈ, ਆਪਾਂ ਬਾਹਰ ਜਾਣਾ ਚਾਹੁੰਦੇ ਹਾਂ ਬਟ ਆਪਾਂ ਵਰਖਾ ਪੈਂਦੀ ਦੇ ਵਿੱਚ ਬਾਹਰ ਨਹੀਂ ਜਾਣਾ ਚਾਹੁੰਦੇ, ਇਸ ਲਈ ਆਪਾਂ ਵਿਸ਼ ਇਹੀ ਕਰਾਂਗੇ ਨਾ ਕਿ ਕਾਸ਼ ਜਿਹੜਾ ਮੀਂਹ ਹੈ ਉਹ ਮਤਲਬ ਰੁਕ ਜਾਵੇ। ਤਾਂ ਇਸ ਲਈ ਆਪਾਂ ਕੀ ਕਹਾਂਗੇ, ਆਈ ਵਿਸ਼, ਆਈ ਵਿਸ਼ ਤੋਂ ਬਾਅਦ ਸਬਜੈਕਟ ਆਈ ਵਿਸ਼। ਹੁਣ ਸਬਜੈਕਟ ਕੀ ਹੋਊਗਾ, ਆਪਾਂ ਰੁਕਣ ਦੇ ਕਿਹਦੀ ਗੱਲ ਕਰਾਂਗੇ ਕਿ ਮੀਂਹ ਰੁਕ ਜੇ, ਮਤਲਬ ਕਿ ਮੀਂਹ ਦੇ ਲਈ ਇਟ, ਆਈ ਵਿਸ਼ ਇਟ, ਆਈ ਵਿਸ਼ ਇਟ ਵੁੱਡ, ਕਿਉਂਕਿ ਇਟ ਆ ਗਿਆ ਸਬਜੈਕਟ, ਉਸ ਤੋਂ ਬਾਅਦ ਵੁੱਡ, ਇਟ ਵੁੱਡ ਹੁਣ ਵਰਬ ਦੀ ਫਸਟ ਫਾਰਮ ਕੀ ਹੈ, ਆਪਾਂ ਕੀ ਹੋਣ ਬਾਰੇ ਗੱਲ ਕਰ ਰਹੇ ਹਾਂ ਕਿ ਕੀ ਹੋਵੇ, ਮੀਂਹ ਰੁਕ ਜੇ, ਬੰਦ ਹੋ ਜੇ, ਸਟਾਪ, ਆਈ ਵਿਸ਼ ਇਟ ਵੁੱਡ ਸਟਾਪ। ਹੁਣ ਸਟਾਪ ਕੀ ਹੋ ਜੇ, ਮੀਂਹ, ਰੇਨਿੰਗ, ਇਟ ਵੁੱਡ ਸਟਾਪ ਰੇਨਿੰਗ, ਜਿਹੜੀ ਰੇਨਿੰਗ ਹੈ ਉਹ ਬੰਦ ਹੋ ਜੇ ਵਰਖਾ। ਆਈ ਹੋਪ ਕਿ ਸਮਝ ਗਏ ਕਿਸ ਤਰ੍ਹਾਂ ਬਣਾਉਣੇ ਨੇ, ਅਗਲੇ ਵੀ ਸਾਰੇ ਇਸ ਤਰ੍ਹਾਂ ਬਣਾਉਣੇ ਨੇ। ਆਈ ਵਿਸ਼ ਤਾਂ ਲਗਾਉਣਾ ਹੀ ਲਗਾਉਣਾ, ਉਸ ਤੋਂ ਬਾਅਦ ਢੁਕਵਾਂ ਸਬਜੈਕਟ ਦੇਖਣਾ ਹੈ ਕਿ ਆਪਾਂ ਕਹਿ ਕਿਸ ਨੂੰ ਰਿਹਾ, ਉਹੀ ਸਬਜੈਕਟ ਹੋਊਗਾ। ਉਸ ਤੋਂ ਬਾਅਦ ਵੁੱਡ, ਫਿਰ ਵਰਬ ਦੀ ਫਸਟ ਫਾਰਮ ਕਿ ਉਸ ਨੂੰ ਕੀ ਕਰਨ ਵਾਸਤੇ ਕਹਿ ਰਹੇ ਹਾਂ, ਉਸ ਤੋਂ ਬਾਅਦ ਪਿੱਛੇ ਆਬਜੈਕਟ। ਦੇਖੋ ਦੂਸਰਾ ਦੇਖੋ, ਯੂ ਆਰ ਵੇਟਿੰਗ ਫॉर ਜੇਨ, ਤੁਸੀਂ ਜੇਨ ਦੀ ਇੰਤਜ਼ਾਰ ਕਰ ਰਹੇ ਹੋ, ਜੇਨ ਦੀ ਵੇਟਿੰਗ ਕਰ ਰਹੇ ਹੋ। ਸ਼ੀ ਇਜ਼ ਲੇਟ ਐਂਡ ਯੂ ਆਰ ਗੈਟਿੰਗ ਇੰਪੇਸ਼ੈਂਟ, ਉਹ ਕਹਿੰਦੇ ਲੇਟ ਹੈ ਅਤੇ ਤੁਸੀਂ ਕੀ ਹੋ ਰਹੇ ਹੋ, ਇੰਪੇਸ਼ੈਂਟ ਹੋ ਰਹੇ ਹੋ, ਮਤਲਬ ਤੁਹਾਡੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ। ਹੁਣ ਆਪਾਂ ਕੀ ਵਿਸ਼ ਕਰਾਂਗੇ, ਮਤਲਬ ਜੇਨ ਆਈ ਨਹੀਂ ਹਲੇ, ਜੇਨ ਲੇਟ ਹੈ, ਆਪਾਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਆਪਾਂ ਇੰਪੇਸ਼ੈਂਟ ਹੋ ਰਹੇ ਹਾਂ, ਆਪਣੇ 'ਚ ਮਤਲਬ ਸੰਯਮ ਹੈ ਜਿਹੜਾ ਨਹੀਂ ਹੈਗਾ। ਹੁਣ ਆਪਾਂ ਇਹੀ ਵਿਸ਼ ਕਰਾਂਗੇ ਕਿ ਕਾਸ਼ ਜੇਨ ਆ ਜੇ, ਤਾਂ ਇਸ ਲਈ ਆਪਾਂ ਕਹਾਂਗੇ ਆਈ ਵਿਸ਼ ਜੇਨ, ਕਿਉਂਕਿ ਜੇਨ ਆ ਜੇ, ਜੇਨ ਵਾਰੀ ਕਹਾਂਗੇ ਨਾ, ਜੇਨ ਆ ਜੇ, ਆਈ ਵਿਸ਼ ਜੇਨ, ਉਸ ਤੋਂ ਬਾਅਦ ਸਬਜੈਕਟ ਹੋ ਗਿਆ ਜੇਨ, ਫਿਰ ਵੁੱਡ, ਸਬਜੈਕਟ ਉਸ ਤੋਂ ਬਾਅਦ ਵੁੱਡ, ਆਈ ਵਿਸ਼ ਜੇਨ ਵੁੱਡ ਕੀ ਕਹਾਂਗੇ, ਆਪਣਾ ਵਰਬ ਕੀ ਹੈ ਕਿ ਜੇਨ ਆ ਜਾਵੇ, ਕਮ, ਆਉਣਾ, ਕਮ, ਬਸ ਇੱਥੇ ਤੱਕ ਹੋ ਜਾਏਗਾ। ਆਈ ਵਿਸ਼ ਜੇਨ ਵੁੱਡ ਕਮ।
ਅੱਗੇ ਦੇਖੋ ਥਰਡ, ਯੂ ਆਰ ਲੁਕਿੰਗ ਫॉर ਅ ਜੌਬ, ਤੁਸੀਂ ਮਤਲਬ ਇੱਕ ਜੌਬ ਹੈ ਜਿਹੜੀ ਉਹ ਲੱਭ ਰਹੇ ਹੋ। ਸੋਫਾ ਵਿਦਆਊਟ ਸਕਸੈਸ, ਮਤਲਬ ਹੁਣ ਤੱਕ ਤੁਹਾਨੂੰ ਕੋਈ ਸਕਸੈਸ ਹੈ ਜਿਹੜੀ ਉਹ ਨਹੀਂ ਮਿਲੀ। ਨੋਬਡੀ ਵਿਲ ਗਿਵ ਯੂ ਅ ਜੌਬ, ਵੀ ਮਤਲਬ ਕੋਈ ਵੀ ਤੁਹਾਨੂੰ ਜੌਬ ਹੈ ਜਿਹੜੀ ਉਹ ਨਹੀਂ ਦੇਵੇਗਾ। ਹੁਣ ਆਪਾਂ ਵਿਸ਼ ਕੀ ਕਰਾਂਗੇ, ਆਪਾਂ ਜੌਬ ਲੱਭ ਰਹੇ ਹਾਂ, ਆਪਾਂ ਨੂੰ ਜੌਬ ਨਹੀਂ ਮਿਲੀ, ਸਕਸੈਸ ਨਹੀਂ ਹੋਏ, ਕੋਈ ਵੀ ਆਪਾਂ ਨੂੰ ਜੌਬ ਨਹੀਂ ਦੇਵੇਗਾ, ਤਾਂ ਆਪਾਂ ਵਿਸ਼ ਕੀ ਕਰਾਂਗੇ, ਕਿਉਂਕਿ ਆਪਾਂ ਜੌਬ ਦੇ ਲਈ ਭਾਲ ਕਰ ਰਹੇ ਹਾਂ ਜੌਬ ਦੀ, ਇਸ ਲਈ ਆਪਾਂ ਇਹੀ ਵਿਸ਼ ਕਰਾਂਗੇ ਨਾ ਕਿ ਕਾਸ਼ ਮੈਨੂੰ ਜੌਬ ਮਿਲ ਜਾਵੇ, ਜਾਂ ਫਿਰ ਕਾਸ਼ ਮੈਨੂੰ ਕੋਈ ਜੌਬ ਦੇ ਦੇਵੇ, ਕਿਉਂਕਿ ਇਹਨਾਂ ਨੇ ਆਪਾਂ ਨੂੰ ਆਈ ਵਿਸ਼ ਤੋਂ ਬਾਅਦ ਸਬਜੈਕਟ ਸਮਬੜੀ ਲਾ ਕੇ ਦੇਤਾ। ਤਾਂ ਇਹਦਾ ਮਤਲਬ ਆਪਾਂ ਇਹ ਕਹਾਂਗੇ ਆਈ ਵਿਸ਼ ਸਮਬੜੀ, ਕਾਸ਼ ਕੋਈ ਮੈਨੂੰ ਜੌਬ ਦੇ ਦੇਵੇ। ਆਈ ਵਿਸ਼ ਆ ਗਿਆ, ਸਮਬੜੀ ਸਬਜੈਕਟ ਆ ਗਿਆ, ਉਸ ਤੋਂ ਬਾਅਦ ਲਓ ਵੁੱਡ, ਸਮਬੜੀ ਵੁੱਡ, ਉਸ ਤੋਂ ਬਾਅਦ ਆਪਾਂ ਕਹੇ ਕਾਸ਼ ਮੈਨੂੰ ਕੋਈ ਜੌਬ ਦੇ ਦੇਵੇ, ਦੇਣਾ ਗਿਵ, ਸਮਬੜੀ ਵੁੱਡ ਗਿਵ ਮੈਨੂੰ ਜੌਬ ਦੇ ਦੇ, ਗਿਵ ਮੀ ਅ ਜੌਬ, ਕੀ ਦੇ ਦੇ, ਜੌਬ, ਗਿਵ ਮੀ ਅ ਜੌਬ। ਆਈ ਵਿਸ਼ ਸਮਬੜੀ ਵੁੱਡ ਗਿਵ ਮੀ ਅ ਜੌਬ। ਦੇਖੋ ਚੌਥਾ, ਯੂ ਕੈਨ ਹੀਅਰ ਅ ਬੇਬੀ ਕ੍ਰਾਈਂਗ, ਤੁਸੀਂ ਮਤਲਬ ਇੱਕ ਬੱਚੇ ਨੂੰ ਰੋਂਦਾ ਸੁਣ ਸਕਦੇ ਹੋ, ਮਤਲਬ ਤੁਹਾਨੂੰ ਸੁਣਾਈ ਦਿੰਦਾ ਹੈ। ਇਟ ਹੈਜ਼ ਬੀਨ ਕ੍ਰਾਈਂਗ ਫॉर ਅ ਲੌਂਗ ਟਾਈਮ, ਉਹ ਲੰਬੇ ਸਮੇਂ ਤੋਂ ਰੋ ਰਿਹਾ ਹੈ। ਐਂਡ ਯੂ ਆਰ ਟਰਾਈਂਗ ਟੂ ਸਟੱਡੀ, ਅਤੇ ਤੁਸੀਂ ਪੜ੍ਹਨ ਦਾ ਮਤਲਬ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਦੇਖੋ ਇੱਕ ਬੱਚਾ ਰੋ ਰਿਹਾ, ਆਪਾਂ ਨੂੰ ਸੁਣਾਈ ਦਿੰਦਾ ਹੈ, ਤੇ ਉਹ ਬਹੁਤ ਲੰਬੇ ਸਮੇਂ ਤੋਂ ਰੋ ਰਿਹਾ ਹੈ ਅਤੇ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹੋ, ਮਤਲਬ ਕਿ ਆਪਾਂ ਨੂੰ ਉਹ ਡਿਸਟਰਬ ਕਰ ਰਿਹਾ ਹੈ। ਇਸ ਲਈ ਆਪਾਂ ਵਿਸ਼ ਕਰਾਂਗੇ ਕਿ ਕਾਸ਼ ਜਿਹੜਾ ਬੱਚਾ ਉਹ ਰੋਣਾ ਬੰਦ ਹੋ ਜੇ, ਮਤਲਬ ਰੋਣਾ ਬੰਦ ਕਰ ਦੇ। ਤਾਂ ਆਪਾਂ ਕਹਾਂਗੇ ਆਈ ਵਿਸ਼, ਆਈ ਵਿਸ਼। ਹੁਣ ਸਬਜੈਕਟ ਕੀ ਹੋਊਗਾ, ਆਪਾਂ ਬੱਚੇ ਨੂੰ ਕਹਾਂਗੇ ਕਿ ਬੱਚਾ ਰੋਣਾ ਬੰਦ ਕਰ ਦੇ। ਆਈ ਵਿਸ਼ ਦ ਬੇਬੀ, ਆਈ ਵਿਸ਼ ਦ ਬੇਬੀ, ਉਸ ਤੋਂ ਬਾਅਦ ਵੁੱਡ ਆਏਗਾ ਕਿਉਂਕਿ ਸਬਜੈਕਟ ਹੋ ਗਿਆ ਬੇਬੀ, ਫਿਰ ਵੁੱਡ। ਉਸ ਤੋਂ ਬਾਅਦ ਆਪਾਂ ਕੀ ਕਹਾਂਗੇ, ਬੱਚਾ ਰੋਣਾ ਬੰਦ ਕਰ ਦੇਵੇ, ਬੰਦ ਕਰ ਦੇ, ਸਟਾਪ। ਆਈ ਵਿਸ਼ ਦ ਬੇਬੀ ਵੁੱਡ ਸਟਾਪ, ਵੁੱਡ ਸਟਾਪ, ਕੀ ਬੰਦ ਕਰ ਦੇਵੇ, ਰੋਣਾ, ਕ੍ਰਾਈਂਗ। ਦੇਖੋ ਬਿਲਕੁਲ ਆਸਾਨ ਨੇ, ਜੇਕਰ ਥੋੜਾ ਦਿਮਾਗ ਲਾ ਕੇ ਸੋਚੋ। ਆਈ ਵਿਸ਼ ਦ ਬੇਬੀ ਵੁੱਡ ਸਟਾਪ ਕ੍ਰਾਈਂਗ, ਆਈ ਵਿਸ਼ ਲਾਉਣਾ ਹੀ ਲਾਉਣਾ, ਸਬਜੈਕਟ ਲਾ ਦਿਓ ਜਿਸ ਨੂੰ ਕੁਝ ਕਹਿਣਾ ਆਪਾਂ ਨੇ, ਉਸ ਤੋਂ ਬਾਅਦ ਵੁੱਡ ਲਾਉਣਾ ਹੀ ਲਾਉਣਾ, ਫਿਰ ਵਰਬ ਦੀ ਫਸਟ ਫਾਰਮ, ਵੀ ਜੋ ਆਪਾਂ ਚਾਹੁੰਦੇ ਆ ਕਿ ਕੀ ਕਰੇ, ਬੰਦ ਕਰੇ, ਮੈਨੂੰ ਕੋਈ ਚੀਜ਼ ਦੇਵੇ, ਗਿਵ ਲਾਓ, ਸਟਾਪ ਲਾਓ, ਤਾਂ ਉਸ ਤਰ੍ਹਾਂ ਆਪਾਂ ਨੇ ਲਾਈ ਜਾਣਾ। ਪੰਜਵਾਂ ਦੇਖੋ, ਬ੍ਰਿਆਨ ਹੈਜ਼ ਬੀਨ ਵੇਅਰਿੰਗ ਦ ਸੇਮ ਕਲੋਥਸ ਫॉर ਈਅਰਸ, ਮਤਲਬ ਸਾਲਾਂ ਤੋਂ ਜਿਹੜੀ ਬ੍ਰਿਆਨ ਹੈ, ਇਹ ਕੋਈ ਵੀ ਤੁਸੀਂ ਇਸ ਨੂੰ ਨਾਮ ਆਪਣੇ ਹਿਸਾਬ ਨਾਲ ਜੇ ਕੁਝ ਹੋਰ ਬੋਲਦੇ ਤਾਂ ਹੋਰ ਵੀ ਬੋਲ ਸਕਦੇ ਹੋ। ਬ੍ਰਿਆਨ ਹੈਜ਼ ਬੀਨ ਵੇਅਰਿੰਗ ਦ ਸੇਮ ਕਲੋਥਸ ਫॉर ਈਅਰਸ, ਸਾਲਾਂ ਤੋਂ ਇੱਕੋ ਹੀ ਮਤਲਬ ਕੱਪੜੇ ਜਿਹੜੇ ਉਹ ਪਾਉਂਦਾ ਆ ਰਿਹਾ ਹੈ। ਯੂ ਥਿੰਕ ਹੀ ਨੀਡ ਸਮ ਨਿਊ ਕਲੋਥਸ, ਤੁਹਾਨੂੰ ਲੱਗਦਾ ਕਿ ਉਸ ਨੂੰ ਕੁਝ ਹੋਰ ਨਵੇਂ ਜਿਹੜੇ ਕੱਪੜੇ ਨੇ ਉਹਨਾਂ ਦੀ ਜ਼ਰੂਰਤ ਹੈ। ਤਾਂ ਆਪਾਂ ਵਿਸ਼ ਕੀ ਕਰਾਂਗੇ, ਆਪਾਂ ਵਿਸ਼ ਕਰਾਂਗੇ ਯੂ ਸੇ ਟੂ ਬ੍ਰਿਆਨ, ਆਪਾਂ ਬ੍ਰਿਆਨ ਨੂੰ ਕਹਾਂਗੇ ਕਿ ਕਾਸ਼, ਹੈ ਨਾ, ਵੀ ਆਈ ਵਿਸ਼, ਹੈ ਨਾ, ਵੀ ਮੈਂ ਚਾਹੁੰਦਾ ਆਈ ਵਿਸ਼ ਕਾਸ਼ ਤੂੰ ਕੁਝ ਹੋਰ ਜਿਹੜੇ ਨਵੇਂ ਕੱਪੜੇ ਉਹ ਖਰੀਦ ਲਵੇਂ। ਆਪਾਂ ਕਹਾਂਗੇ ਉਹਨੂੰ ਆਈ ਵਿਸ਼, ਆਈ ਵਿਸ਼, ਕਿਉਂਕਿ ਆਪਾਂ ਬ੍ਰੇਨ ਨੂੰ ਕਹਿ ਰਹੇ ਹਾਂ, ਆਪਾਂ ਬ੍ਰੇਨ ਨੂੰ ਡਾਇਰੈਕਟ, ਤਾਂ ਆਈ ਵਿਸ਼ ਦਾ ਸਬਜੈਕਟ ਕਿਉਂ ਯੂ, ਆਪਾਂ ਉਹਨੂੰ ਕਹਿ ਰਹੇ ਕਿ ਕਾਸ਼ ਤੂੰ, ਹੈ ਨਾ, ਕਾਸ਼ ਤੂੰ ਕੁਝ ਹੋਰ ਕੱਪੜੇ ਖਰੀਦ ਲਵੇਂ ਜਾਂ ਨਵੇਂ ਕੱਪੜੇ ਖਰੀਦ ਲਵੇਂ। ਆਈ ਵਿਸ਼ ਯੂ, ਆਪਾਂ ਬ੍ਰੇਨ ਨੂੰ ਕਹਿ ਰਹੇ ਹਾਂ, ਆਈ ਵਿਸ਼ ਯੂ ਵੁੱਡ, ਕੱਪੜੇ ਖਰੀਦ ਲਵੇਂ ਕਹਾਂਗੇ ਆਪਾਂ ਬਾਏ, ਕੀ ਖਰੀਦ ਲਵੇ, ਨਵੇਂ ਕੱਪੜੇ, ਸਮ, ਬਾਏ ਸਮ, ਆਪਾਂ ਬਾਅਦ ਲਿਖਿਆ ਬਾਏ ਸਮ ਨਿਊ ਕਲੋਥਸ, ਬਾਏ ਸਮ ਨਿਊ ਕਲੋਥਸ। ਤਾਂ ਇਹ ਬਣ ਗਿਆ ਆਈ ਵਿਸ਼ ਯੂ ਵੁੱਡ ਬਾਏ ਸਮ ਨਿਊ ਕਲੋਥਸ, ਕਿਉਂਕਿ ਕਹਿੰਦਾ ਤੂੰ ਸਾਲਾਂ ਤੋਂ ਇੱਕੋ ਹੀ ਕੱਪੜੇ ਪਾਉਂਦਾ ਆ ਰਿਹਾ ਹੈ, ਮੈਂ ਵਿਸ਼ ਕਰਦਾ ਆਈ ਵਿਸ਼ ਯੂ ਵੁੱਡ ਬਾਏ ਸਮ ਨਿਊ ਕਲੋਥਸ, ਮੈਂ ਵਿਸ਼ ਕਰਦਾ ਕਿ ਤੂੰ ਕੁਝ ਨਵੇਂ ਕੱਪੜੇ ਖਰੀਦ ਲਵੇਂ। ਇਹ ਹੋ ਗਏ ਆਪਣੇ ਪਹਿਲੇ 5 ਜਿਹੜੇ ਕਿ ਆਪਾਂ ਬਣਾਏ ਨੇ ਆਈ ਵਿਸ਼ ਤੋਂ ਬਾਅਦ ਸਬਜੈਕਟ, ਫਿਰ ਵੁੱਡ, ਫਿਰ ਵਰਬ ਦੀ ਫਸਟ ਫਾਰਮ, ਫਿਰ ਆਬਜੈਕਟ। ਜਿਹੜੇ ਹੁਣ ਆਪਾਂ 3 ਅਗਲੇ ਬਣਾਉਣੇ ਨੇ, ਇਸ ਦੇ ਵਿੱਚ ਕੀ ਹੈ, ਫॉर द ਫੋਲੋਇੰਗ ਸਿਚੁਏਸ਼ਨਸ, ਜਿਹੜੀਆਂ ਅਗਲੀਆਂ ਸਿਚੁਏਸ਼ਨ ਦਿੱਤੀਆਂ ਨੇ ਇਹਨਾਂ ਦੇ ਵਿੱਚ ਆਪਾਂ ਕੀ ਕਰਨਾ, ਰਾਈਟ ਸੈਂਟੈਂਸਸ, ਸੈਂਟੈਂਸ ਲਿਖੋ ਦੁਬਾਰੇ ਇਹਨਾਂ ਵਾਂਗੂ ਹੀ, ਵਿਦ ਆਈ ਵਿਸ਼ ਵੁੱਡ ਨਾਟ, ਬਸ ਵੁੱਡ ਨਾਟ ਵਾਲੇ ਬਣਾਉਣੇ ਨੇ, ਮਤਲਬ ਕਿ ਆਈ ਵਿਸ਼ ਫਿਰ ਸਬਜੈਕਟ ਫਿਰ ਵੁੱਡ ਨਾਟ, ਵੁੱਡ ਦੇ ਨਾਲ ਨਾਟ ਆ ਜਾਏਗਾ ਇੱਥੇ, ਵਰਬ ਦੀ ਫਸਟ ਫਾਰਮ, ਆਬਜੈਕਟ। ਮਤਲਬ ਕਿ ਸਿਚੁਏਸ਼ਨ ਹੀ ਇਹੋ ਜਿਹੀ ਹੋਏਗੀ ਕਿ ਆਪਾਂ ਕਿਸੇ ਨੂੰ ਮਨਾ ਕਰਾਂਗੇ ਕੁਝ, ਵੁੱਡ ਨਾਟ ਵਾਲਾ ਮਤਲਬ ਆਪਾਂ ਬਣਾਵਾਂਗੇ। ਜਿਵੇਂ ਦੇਖੋ ਛੇਵਾਂ, योर फ्रेंड ड्राइव्स वेरी फास्ट, ਤੁਹਾਡਾ ਜਿਹੜਾ ਦੋਸਤ ਹੈ ਉਹ ਬਹੁਤ ਤੇਜ਼ ਡਰਾਈਵ ਕਰਦਾ ਹੈ। ਯੂ ਡੋਂਟ ਲਾਈਕ ਇਟ, ਅਤੇ ਤੁਹਾਨੂੰ ਇਹ ਪਸੰਦ ਨਹੀਂ ਹੈਗਾ। ਤਾਂ ਇਸ ਲਈ ਆਪਾਂ ਕੀ ਕਹਾਂਗੇ, ਆਈ ਵਿਸ਼ ਆਪਾਂ ਆਪਣੇ ਦੋਸਤ ਨੂੰ ਕਹਾਂਗੇ ਯੂ ਸੇ ਟੂ ਯੋਰ ਫਰੈਂਡ। ਤਾਂ ਇਸ ਲਈ ਆਪਣੇ ਦੋਸਤ ਨੂੰ ਆਪਣਾ ਕੀ ਕਹਾਂਗੇ ਕਿ ਮੈਂ ਵਿਸ਼ ਕਰਦਾ ਕਿ ਤੂੰ ਜ਼ਿਆਦਾ ਤੇਜ਼ ਨਾ ਚਲਾਵੇਂ, ਮਤਲਬ ਉਸੇ ਜ਼ਿਆਦਾ ਤੇਜ਼ ਚਲਾਉਣ ਵਾਸਤੇ ਆਪਾਂ ਕਹਾਂਗੇ ਉਹਨੂੰ ਰੋਕਾਂਗੇ ਆਪਾਂ ਨੂੰ। ਤਾਂ ਆਈ ਵਿਸ਼ ਤਾਂ ਆ ਗਿਆ, ਯੂ ਇਹਨਾਂ ਨੇ ਸਬਜੈਕਟ ਵੀ ਦਿੱਤਾ, ਅੱਗੇ ਵੁੱਡ ਨਾਟ, ਆਈ ਵਿਸ਼ ਯੂ ਵੁੱਡ ਨਾਟ
ਯੂ ਵੁੱਡ ਨਾਟ। ਹੁਣ ਆਪਾਂ ਕੀ ਵਿਸ਼ ਕਰਦੇ ਹਾਂ ਇਸ ਨੂੰ ਚਲਾਉਣ ਬਾਰੇ। ਆਈ ਵਿਸ਼ ਯੂ ਵੁੱਡ ਨਾਟ ਡਰਾਈਵ, ਕਿ ਤੇਜ਼ ਨਾ ਚਲਾਵੇਂ। ਯੂ ਵੁੱਡ ਨਾਟ ਡਰਾਈਵ, ਡਰਾਈਵ ਕੀ ਨਾ ਕਰੇ, ਉਹ ਡਰਾਈਵ ਕਰੇ ਵੈਰੀ ਫਾਸਟ, ਕਿਉਂਕਿ ਨੈਗੇਟਿਵ ਹੈ, ਨੈਗੇਟਿਵ ਦੇ ਵਿੱਚ ਆਪਾਂ ਸੋ ਫਾਸਟ ਦਾ ਯੂਜ਼ ਕਰਾਂਗੇ, ਸੋ ਫਾਸਟ। ਦੇਖੋ ਪਹਿਲਾਂ ਆਪਾਂ ਕਹਿ ਰਹੇ ਸੀ ਕਿ ਤੁਹਾਡਾ ਦੋਸਤ ਬਹੁਤ ਤੇਜ਼ ਡਰਾਈਵ ਕਰਦਾ ਹੈ ਅਤੇ ਤੁਹਾਨੂੰ ਇਹ ਪਸੰਦ ਨਹੀਂ, ਤਾਂ ਇਸ ਲਈ ਆਪਾਂ ਉਸ ਨੂੰ ਕਹਾਂਗੇ ਆਈ ਵਿਸ਼ ਯੂ ਵੁੱਡ ਨਾਟ ਡਰਾਈਵ ਸੋ ਫਾਸਟ। ਮੈਂ ਵਿਸ਼ ਕਰਦਾ ਕਿ ਤੁਸੀਂ ਜ਼ਿਆਦਾ ਤੇਜ਼ ਨਾ ਚਲਾਵੋ। ਅੱਗੇ ਸੱਤਵਾਂ, ਜੋ ਲੀਵਸ ਦਾ ਡੋਰ ਓਪਨ ਆਲ ਦਾ ਟਾਈਮ। ਜਿਹੜਾ ਜੋ ਹੈ, ਲੜਕੀ ਹੈ ਜਾਂ ਲੜਕਾ ਹੈ, ਉਹ ਹਮੇਸ਼ਾ ਕਹਿੰਦੇ ਜਿਹੜਾ ਦਰਵਾਜ਼ਾ ਉਹ ਖੁੱਲ੍ਹਾ ਛੱਡ ਦਿੰਦਾ। ਦਿਸ ਅਨੋਇਜ਼ ਯੂ, ਮਤਲਬ ਇਹ ਤੁਹਾਨੂੰ ਪਸੰਦ ਨਹੀਂ ਹੈਗਾ। ਤਾਂ ਹੁਣ ਆਪਾਂ ਕੀ ਵਿਸ਼ ਕਰਾਂਗੇ, ਯੂ ਸੇ ਟੂ ਜੋ। ਹੁਣ ਆਪਾਂ ਜੋ ਨੂੰ ਕੀ ਕਹਾਂਗੇ ਵੀ ਮੈਂ ਵਿਸ਼ ਕਰਦਾ ਤੁਸੀਂ ਦਰਵਾਜ਼ਾ ਖੁੱਲ੍ਹਾ ਨਾ ਛੱਡਿਆ ਕਰੋ, ਹੈ ਨਾ। ਤਾਂ ਆਪਾਂ ਕਹਾਂਗੇ ਆਈ ਵਿਸ਼, ਆਪਾਂ ਜੋ ਨੂੰ ਕਹਿ ਰਹੇ ਹਾਂ ਆਈ ਵਿਸ਼ ਯੂ ਵੁੱਡ ਨਾਟ, ਆਈ ਵਿਸ਼ ਯੂ ਵੁੱਡ ਨਾਟ ਓਪਨ, ਵੀ ਦਰਵਾਜ਼ਾ ਖੁੱਲ੍ਹਾ ਛੱਡਣ ਤੋਂ ਰੋਕਾਂਗੇ। ਆਈ ਵਿਸ਼ ਯੂ ਵੁੱਡ ਨਾਟ ਓਪਨ, ਉਸ ਤੋਂ ਬਾਅਦ ਬਾਕੀ ਸਾਰਾ ਓਪਨ ਦਾ ਡੋਰ ਆਲ ਦਾ ਟਾਈਮ, ਓਪਨ ਦ ਡੋਰ ਆਲ ਦਾ ਟਾਈਮ, ਬਾਕੀ ਸਾਰਾ ਸੇਮ ਆ ਜਾਏਗਾ। ਅੱਠਵਾਂ, ਅ ਲੋਟ ਆਫ ਪੀਪਲ ਡਰੋਪ ਲਿਟਰ ਇਨ ਦ ਸਟਰੀਟ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਟਰੀਟ ਗਲੀ ਦੇ ਵਿੱਚ ਜਿਹੜੇ ਆਪਣਾ ਲਿਟਰ ਹੁੰਦਾ, ਕੂੜਾ ਕਰਕਟ ਜਿਹੜੇ ਉਹ ਛੱਡ ਦਿੰਦੇ ਨੇ। ਯੂ ਡੋਂਟ ਲਾਈਕ ਦਿਸ, ਅਤੇ ਤੁਹਾਨੂੰ ਇਹ ਪਸੰਦ ਨਹੀਂ ਹੈਗਾ। ਤਾਂ ਹੁਣ ਆਪਾਂ ਯੂ ਸੇ ਆਪਾਂ ਕੀ ਕਹਾਂਗੇ ਆਈ ਵਿਸ਼ ਪੀਪਲ। ਹੁਣ ਆਪਾਂ ਲੋਕਾਂ ਲਈ ਪੀਪਲ ਆਪਾਂ ਵਿਸ਼ ਕਰਦੇ ਹਾਂ ਕਿ ਜਿਹੜੇ ਲੋਕ ਨੇ ਉਹ ਕੂੜਾ ਕਰਕਟ ਹੈ ਜਿਹੜਾ ਉਹ ਨਾ ਛੱਡਣ, ਗਲੀ ਦੇ ਵਿੱਚ ਕੂੜਾ ਕਰਕਟ ਨਾ ਛੱਡਣ। ਤਾਂ ਆਈ ਵਿਸ਼ ਪੀਪਲ, ਤਾਂ ਉਸ ਤੋਂ ਬਾਅਦ ਆਈ ਵਿਸ਼ ਹੋ ਗਿਆ, ਸਬਜੈਕਟ ਹੋ ਗਿਆ ਵੁੱਡ ਨਾਟ। ਆਈ ਵਿਸ਼ ਪੀਪਲ ਵੁੱਡ ਨਾਟ, ਤਾਂ ਕੀ ਨਾ ਕਰਨ ਪੀਪਲ, ਗਲੀ ਦੇ ਵਿੱਚ ਕੂੜਾ ਕਰਕਟ ਨਾ ਛੱਡਣ। ਤਾਂ ਵਰਬ ਕੀ ਹੋ ਡਰੋਪ। ਆਈ ਵਿਸ਼ ਪੀਪਲ ਵੁੱਡ ਨਾਟ ਡਰੋਪ, ਕੀ ਨਾ ਡਰੋਪ ਕਰਨ ਲਿਟਰ, ਲਿਟਰ ਬਾਕੀ ਕਿੱਥੇ ਨਾ ਛੱਡਣ, ਲਿਟਰ ਇਨ ਦ ਸਟਰੀਟ, ਬਾਕੀ ਸਾਰਾ ਆ ਜਾਏਗਾ ਇਨ ਦ ਸਟਰੀਟ। ਸੋ ਬਿਲਕੁਲ ਆਸਾਨ ਹੈ ਜਿਹੜੀ ਆਪਣੀ ਇਹ ਵਾਲੀ ਐਕਸਰਸਾਈਜ਼ ਹੈ 41.2। ਇਸ ਦੇ ਵਿੱਚ ਸਿਰਫ ਤੁਸੀਂ ਨੇ ਸਟਰਕਚਰ ਜਿਹੜਾ ਉਹ ਯਾਦ ਰੱਖਣਾ ਹੈ। ਜਿਹੜੇ ਪਹਿਲੇ ਨੇ ਉਹਨਾਂ ਦੇ ਵਿੱਚ ਇਹ ਸਟਰਕਚਰ ਦੇ ਮੁਤਾਬਕ ਬਣਾਉਂਦੇ ਚਲੇ ਜਾਣਾ ਹੈ, ਜਿਹੜੇ ਅਗਲੇ ਨੇ ਉਹਨਾਂ ਦੇ ਵਿੱਚ ਵੁੱਡ ਦੇ ਨਾਲ ਨੋਟ ਲਗਾ ਕੇ ਤੁਸੀਂ ਨੇ ਬਣਾ ਦੇਣਾ। ਸੋ ਇਹ ਸੀ ਆਪਣੀ 41 ਨੰਬਰ ਯੂਨਿਟ ਦੀ ਆਪਣਾ ਜਿਹੜੀ ਐਕਸਰਸਾਈਜ਼ ਸੈਕਿੰਡ। ਤੇ ਹੁਣ ਇਸ ਤੋਂ ਅੱਗੇ ਦੇਖੋ ਆਪਣੀ ਇਸ ਯੂਨਿਟ ਦਾ ਥਰਡ ਪਾਰਟ ਹੈ ਜਿਹੜਾ ਉਹ ਕਰਦੇ ਆਪਾਂ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਆਰ ਦੀਜ਼ ਸੈਂਟੈਂਸਸ ਰਾਈਟ ਔਰ ਰੋਂਗ। ਜਿਹੜੇ ਸੈਂਟੈਂਸ ਲਿਖੇ ਨੇ ਸਿਰਫ ਆਪਾਂ ਨੇ ਇਹ ਦੱਸਣਾ ਹੈ ਇਹ ਰਾਈਟ ਨੇ ਜਾਂ ਰੋਂਗ ਨੇ, ਸਹੀ ਨੇ ਜਾਂ ਗਲਤ ਨੇ। ਕਰੈਕਟ ਦੈਮ ਵੇਅਰ ਨੈਸੈਸਰੀ, ਇਹਨਾਂ ਨੂੰ ਠੀਕ ਕਰੋ ਜਿੱਥੇ ਤੁਹਾਨੂੰ ਲੱਗਦਾ ਕਿ ਇਸ ਦੀ ਜ਼ਰੂਰਤ ਹੈ। ਦੇਖੋ ਇਹਨਾਂ ਦੇ ਵਿੱਚ ਸਾਰੇ ਵੁੱਡ ਦੇ ਨਾਲ ਜਿਹੜੇ ਸਟਰਕਚਰ ਨੇ ਬਣਾਏ ਗਏ ਨੇ, ਬਟ ਆਪਾਂ ਨੇ ਦੇਖਣਾ ਹੈ ਕਿ ਆਈ ਵਿਸ਼ ਤੋਂ ਬਾਅਦ ਵੁੱਡ ਦਾ ਯੂਜ਼ ਕਦੋਂ ਕਰਨਾ ਹੈ, ਉਹ ਇਹ ਰੂਲਸ ਨੇ। ਔਰ ਜਦੋਂ ਵੁੱਡ ਦਾ ਯੂਜ਼ ਨਹੀਂ ਕਰਨਾ ਤਾਂ ਫਿਰ ਆਪਾਂ ਇਸ ਸਟਰਕਚਰ ਦੇ ਮੁਤਾਬਕ ਬਣਾਵਾਂਗੇ। ਸੋ ਦੇਖੋ ਸਭ ਤੋਂ ਪਹਿਲਾ ਸੈਂਟੈਂਸ ਦੇਖੋ, ਆਪਾਂ ਦੇਖਦੇ ਹਾਂ ਰਾਈਟ ਹੈ ਜਾਂ ਰੋਂਗ ਹੈ। ਦੇਖੋ ਇਸ ਦੇ ਵਿੱਚ ਇਹਨਾਂ ਨੇ ਕਿਹਾ ਆਈ ਵਿਸ਼ ਸਾਰਾ ਵੁੱਡ ਬੀ ਹੇਅਰ ਨਾਓ, ਮਤਲਬ ਇਹ ਕਹਿ ਰਿਹਾ ਹੈ ਕਾਸ਼ ਸਾਰਾ ਹੁਣ ਇੱਥੇ ਹੁੰਦੀ, ਮਤਲਬ ਕਿ ਇਹ ਇਮੈਜੀਨੇਸ਼ਨ ਕਰ ਰਿਹਾ ਹੈ, ਮਤਲਬ ਕਿ ਸਾਰਾ ਹੁਣ ਇੱਥੇ ਹੈ ਨਹੀਂ, ਇਹ ਇਮੈਜਿਨ ਕਰ ਰਿਹਾ। ਸਿਰਫ ਜਦੋਂ ਆਪਾਂ ਇਮੈਜੀਨੇਸ਼ਨ ਕਰਦੇ ਹਾਂ, ਇਮੈਜਿਨ ਕਰਦੇ ਹਾਂ, ਉਦੋਂ ਆਪਾਂ ਆਈ ਵਿਸ਼ ਤੋਂ ਬਾਅਦ ਸਬਜੈਕਟ, ਉਸ ਤੋਂ ਬਾਅਦ ਵਰਬ ਦੀ ਸੈਕਿੰਡ ਫਾਰਮ ਔਰ ਫਿਰ ਆਬਜੈਕਟ ਦਾ ਯੂਜ਼ ਕਰਦੇ ਹਾਂ। ਆਪਾਂ ਵੁੱਡ ਦਾ ਯੂਜ਼ ਉਦੋਂ ਨਹੀਂ ਕਰਦੇ। ਇਹ ਇਮੈਜੀਨੇਸ਼ਨ ਕਰ ਰਿਹਾ ਕਿ ਕਾਸ਼ ਹੁਣ ਸਾਰਾ ਇੱਥੇ ਹੁੰਦੀ, ਤਾਂ ਇਸ ਲਈ ਆਪਾਂ ਵੁੱਡ ਦਾ ਯੂਜ਼ ਨਹੀਂ ਕਰਾਂਗੇ। ਇਹ ਬਣੇਗਾ ਆਈ ਵਿਸ਼, ਉਸ ਤੋਂ ਬਾਅਦ ਸਾਰਾ, ਇੱਥੇ ਵੁੱਡ ਵੀ ਨਹੀਂ, ਇੱਥੇ ਸੈਕਿੰਡ ਫਾਰਮ ਆਏਗੀ ਬੀ ਦੀ ਵਰ ਜਾਂ ਫਿਰ ਵਾਜ਼। ਆਈ ਵਿਸ਼ ਸਾਰਾ ਵਾਜ਼ ਜਾਂ ਫਿਰ ਵਰ ਹੇਅਰ ਨਾਓ, ਤਾਂ ਇਹ ਠੀਕ ਆਏਗਾ। ਬਟ ਅਗਲੇ ਦੇ ਵਿੱਚ ਦੇਖੋ ਇਹ ਕੀ ਕਹਿ ਰਿਹਾ, ਆਈ ਵਿਸ਼ ਯੂ ਵੁੱਡ ਲਿਸਨ ਟੂ ਮੀ। ਤੇ ਕਹਿ ਰਿਹਾ ਆਈ ਵਿਸ਼ ਯੂ ਵੁੱਡ ਲਿਸਨ ਟੂ ਮੀ। ਇੱਥੇ ਹੁਣ ਇਹ ਵੁੱਡ ਦੇ ਨਾਲ ਬਿਲਕੁਲ ਓਕੇ ਹੈ। ਕਿਉਂ ਹੈ? ਕਿਉਂਕਿ ਇਹਦੇ ਵਿੱਚ ਲਾਸਟ ਵਾਲਾ ਜਿਹੜਾ ਇਹ ਲਿਖਿਆ ਆਪਾਂ ਨੇ ਇਹ ਅਪਲਾਈ ਹੁੰਦਾ ਹੈ। ਵੈਨ ਵੀ ਸੇ ਦੈਟ ਵੀ ਵਾਂਟ ਸਮਥਿੰਗ ਟੂ ਹੈਪਨ, ਆਪਾਂ ਚਾਹੁੰਦੇ ਹਾਂ ਕਿ ਕੁਝ ਹੋਵੇ। ਕੀ ਹੋਵੇ? ਇੱਥੇ ਇਹ ਚਾਹੁੰਦਾ ਹੈ ਕਿ ਆਈ ਵਿਸ਼ ਯੂ ਵੁੱਡ ਲਿਸਨ ਟੂ ਮੀ, ਕਿ ਤੁਸੀਂ ਮੈਨੂੰ ਸੁਣੋ। ਇਹ ਚਾਹੁੰਦਾ ਕਿ ਤੁਸੀਂ ਮੈਨੂੰ ਸੁਣੋ। ਕੀ ਹੈਪਨ ਹੋਵੇ? ਕਿ ਤੁਸੀਂ ਮੈਨੂੰ ਸੁਣੋ। ਇਸ ਲਈ ਇੱਥੇ ਵੁੱਡ ਠੀਕ ਹੈ, ਇੱਥੇ ਓਕੇ। ਅਗਲਾ ਦੇਖੋ ਥਰਡ, ਆਈ ਵਿਸ਼ I would have more free time। ਹੁਣ ਇੱਥੇ ਦੇਖੋ ਇਹ ਵਿਸ਼ ਕੀ ਕਰ ਰਿਹਾ? ਇਹ ਵਿਸ਼ ਕਰ ਰਿਹਾ ਕਾਸ਼ ਮੇਰੇ ਕੋਲ ਹੋਰ ਜ਼ਿਆਦਾ ਫ੍ਰੀ ਟਾਈਮ ਹੁੰਦਾ, ਮਤਲਬ ਕਿ ਇਹਦੇ ਕੋਲ ਫ੍ਰੀ ਟਾਈਮ ਹੈ ਨਹੀਂ ਔਰ ਇਸ ਗੱਲ ਦਾ ਇਸ ਨੂੰ ਅਫਸੋਸ ਹੈ।
ਰਿਗਰੈਟ ਹੈ, ਇਸ ਲਈ ਇਹ ਵੁੱਡ ਦੇ ਨਾਲ ਨਹੀਂ ਇਹ ਵਾਲੇ ਸਟਰਕਚਰ ਦੇ ਨਾਲ ਬਣੇਗਾ। ਇਸ ਨੂੰ ਅਫਸੋਸ ਹੈ, ਆਈ ਵਿਸ਼ ਸਬਜੈਕਟ ਵਰਬ ਦੀ ਸੈਕੰਡ ਫਾਰਮ ਆਬਜੈਕਟ, ਇਸ ਲਈ ਇਸ ਨੂੰ ਆਪਾਂ ਬਣਾਵਾਂਗੇ ਆਈ ਵਿਸ਼ ਆਈ, ਇੱਥੇ ਵੁੱਡ ਹੈਵ ਦੀ ਸੈਕੰਡ ਫਾਰਮ हैड, आई विश आई हैड मोर फ्री टाइम, काश मेरे को होर ज़्यादा फ्री टाइम होंदा, क्योंकि रिग्रेट अफसोस है इसनूं इस गल दा कि नहीं हैगा। अगला चौथा देखो, आई विश और फ्लैट वुड बी अ बिट बिगर, देखो इत्थे भी सेम है, अफसोस इत्थे भी कर रहा है क्योंकि इन्हां दा घर छोटा है और ये अफसोस कर रहा है और ये कह रहा है काश साडा घर थोड़ा जिहा होर वड्डा हुंदा, इसलिए इत्थे भी वुड वाला नहीं बनेगा, इत्थे भी उही स्ट्रक्चर, इसलिए इत्थे भी बनेगा आई विश और फ्लैट, आई विश और फ्लैट वुड बी की जगह पे बी की सैकंड फॉर्म वॉज अ बिट बिगर। बट अगले दे विच देखो इत्थे कह रहा आई विश द वैदर वुड चेंज, इत्थे कह रहा है ये वैदर नूं चेंज करन दी विश कर रहा है। जेकर तुसीं देखो फस्ट देखो, वैन वी वुड लाइक समथिंग टू हैपन और चेंज, जदों असीं चाहिए कि कोई चीज़ इस तरह होवे, मतलब आपां चाहुंदे आ कि इस तरह कोई घटना होवे जां फिर कोई चीज़ चेंज होने वास्ते आपां विश करदे आ, उत्थे आपां ये वाला स्ट्रक्चर आई विश तो बाद वुड, तो बिल्कुल इन्होंने ठीक किया होया है, इसलिए आई विश इत्थे अपना सॉरी आई विश द वैदर वुड चेंज, मतलब कि आई विश आ गया, सब्जैक्ट आ गया, वुड आ गया, वर्ब दी फर्स्ट फॉर्म, बिल्कुल ओके है। अगला देखो, आई विश यू वुड नॉट कंप्लेन ऑल द टाइम, इत्थे ये कह रहा है कि मैं विश करदा तुसी हमेशा ही कंप्लेन ना करियो, मतलब देखो रिपीटेडली, वैन वी कंप्लेन दैट पीपल डू रिपीटेडली, जदों कोई लोग अपने ये देखो अपने रूल पढ़िया सी कि जदों कोई एक ही काम रिपीटेडली करी जाता है तो उत्थे आपां वुड दे नाल बनाउने आ, मतलब बार बार की करी जा रहा है, वुड नॉट कंप्लेन ऑल द टाइम, भी तू हर वक्त कंप्लेन ही करी जाना रिपीटेडली, तो इसलिए आपां वुड दे नाल इसनूं बनावांगे आई विश यू वुड नॉट कंप्लेन ऑल द टाइम, ओके बिल्कुल राइट है। अगला देखो, आई विश एवरीथिंग वुड नॉट बी सो एक्सपेंसिव, काश कहंदा सारा कुछ इन्ना ज़्यादा महंगा ना हुंदा, ये की है इस गल दा अफसोस है क्योंकि सारा कुछ बहुत ज़्यादा महंगा है और इसनूं अफसोस है, काश कहंदा ना हुंदा, इसलिए आपां वो वाले स्ट्रक्चर दे नाल बनावांगे, वुड नॉट दे नाल नहीं, आपां कहांगे आई विश एवरीथिंग वॉज नॉट, बी दी सैकंड फॉर्म वॉज क्योंकि नेगेटिव है, वॉज नॉट सो एक्सपेंसिव। सो ये बिल्कुल आसान ने, बिल्कुल तुसीं ने सिर्फ ये देखना है इन्हां दे जिहड़े रूल्स ने आई विश तो बाद वुड वाले तुसीं वो याद रखने ने, जेकर वो अप्लाई हुंदा है तो वुड के मुताबिक रहन दो, जेकर अप्लाई नहीं हुंदा तो तुसीं आई विश तो बाद सबजैक्ट वर्ब की सैकंड फॉर्म ऑब्जैक्ट इस मुताबिक बना सकते हो। सो ये सी अपनी 41 नंबर यूनिट का अपना पार्ट 3 एंड हुण अपनी इस यूनिट का लास्ट पार्ट है जिहड़ा वो आपां करदे हां। देखो इस दे विच की करना है, पुट द वर्ब इनटू द करैक्ट फॉर्म, करैक्ट फॉर्म दे विच जिहड़ियां वर्ब्स ने आपां ने ऐड करनियां ने ब्लैंक्स दे विच, हालांकि मैं पहलां तो कर दित्तियां ने बट तुहानूं मैं दसदा कि किस तरह करनियां ने। आपां नूं ब्रैकेट दे विच सब्जैक्ट जेकर नैगेटिव है नॉट होएगा और वर्ब, या फिर सब्जैक्ट वर्ब इस तरह दिता होएगा। हुण अपने कोले की है, जां तां आपां ने मतलब इत्थे ब्रैकेट दे विच आई विश तो बाद सब्जैक्ट प्लस वर्ब की सैकंड फॉर्म, जेकर प्रेजेंट की सेंस है, मतलब जेकर आप किसी गल की अफसोस कर रहे हैं, जे आप किसी का अफसोस कर रहे हैं, ये आप पहला पढ़ चुके हैं विश का, आप विश कदों यूज़ कर रहे हैं जो आप कोई अफसोस होंगे, आप कोई रिग्रेट होंगे जो आपको, तो जेकर प्रेजेंट के विच आपां नूं रिग्रेट अफसोस हो रहा है तो तुसीं स्ट्रक्चर बनाउणा है आई विश, तो इन्होंने दिता होगा आई विश तो बाद सब्जैक्ट प्लस वर्ब की सैकंड फॉर्म। जेकर आपां नूं किसी गल का अफसोस होया पास्ट लंघे हुए समय का अफसोस, फिर आई विश तो बाद सब्जैक्ट हैड वर्ब की थर्ड फॉर्म, जे नैगेटिव है हैड नॉट वर्ब की थर्ड फॉर्म। सिर्फ तुसी ने ये याद रखना है, जेकर अफसोस है प्रेजेंट या पास्ट दे विच वो स्ट्रक्चर आपके हिसाब नाल बनाउणा है, फिर तो आपां ने सब्जैक्ट प्लस वर्ब की सैकंड फॉर्म ऑब्जैक्ट या सब्जैक्ट प्लस हैड प्लस वर्ब की थर्ड फॉर्म। जेकर अफसोस नहीं है फिर बस दो तरीके रह गए, या तो कैन वाला बनेगा वो स्ट्रक्चर जिहड़ा मैं तुहानूं दस्सिया सीगा, आपां रूल्स पढ़े सीगे सकदा है, मतलब कि ये वाला बनेगा आई विश तो बाद सब्जैक्ट उस तो बाद कुड वर्ब की फर्स्ट फॉर्म, या फिर आई विश सब्जैक्ट कुड हैव वर्ब की थर्ड फॉर्म। इस तो इलावा वुड वाला या फिर वुड वाला बनेगा जेकर आप कुछ चाहुंदे आ, आप कोई चाहुंदे कि समथिंग कुछ चीज़ कोई हैपन होवे, कोई चीज़ का आप चेंज चाहुंदे आ, तो इस तरह उन्हां दे नाल वुड का यूज़ होएगा जो आप पहला कर चुके हैं। देखो बिल्कुल आसान है। फर्स्ट देखो, आई वॉज अ स्टूपिड, इट वॉज अ स्टूपिड थिंग टू से, इट है इत्थे
ਇਟ ਵਾਜ਼ ਅ ਸਟੂਪਿਡ ਥਿੰਗ ਟੂ ਸੇ, ਇਹ ਕਹਿੰਦੇ ਇਹ ਜਿਹੜੀ ਚੀਜ਼ ਹੈ ਬਹੁਤ ਜ਼ਿਆਦਾ ਸਟੂਪਿਡ ਸੀਗੀ। ਇਟ ਵਾਜ਼ ਪਾਸਟ ਦੇ ਵਿੱਚ ਹੈ ਵੀ ਮਤਲਬ ਇਹ ਕਹਿਣਾ ਬਹੁਤ ਜ਼ਿਆਦਾ ਸਟੂਪਿਡ ਸੀ। ਆਈ ਵਿਸ਼ ਆਈ ਨੋਟ ਸੇ ਇਟ, ਕਾਸ਼ ਮੈਂ ਕਹਿੰਦਾ ਇਹ ਚੀਜ਼ ਨਾ ਕਹਿੰਦਾ। ਹੁਣ ਇਸ ਨੂੰ ਅਫਸੋਸ ਹੋ ਰਿਹਾ ਇਸ ਚੀਜ਼ ਦਾ, ਔਰ ਅਫਸੋਸ ਵੀ ਹੋ ਰਿਹਾ ਪਾਸਟ ਦੇ ਵਿੱਚ ਕਿਉਂਕਿ ਇਹ ਬੀਤੇ ਸਮੇਂ ਦੀ ਗੱਲ ਹੈ ਵੀ ਮੈਂ ਕਹਿਤਾ, ਤਾਂ ਕਰਕੇ ਇੱਥੇ ਆਈ ਵਿਸ਼ ਤਾਂ ਬ੍ਰੈਕਟ ਵਾਲਾ ਆਈ ਹੈਡ ਨੋਟ ਕਿਉਂਕਿ ਨੈਗੇਟਿਵ ਹੈ, ਔਰ ਸੈਡ ਮਤਲਬ ਕਿ ਆਈ ਹੈਡ ਸੈਡ ਮਤਲਬ ਕਿ ਪਾਸਟ ਪਰਫੈਕਟ ਦੇ ਵਿੱਚ ਬਣਿਆ। ਅਗਲਾ ਆਈ ਐਮ ਫੈਡ ਅਪ ਵਿਦ ਦਿਸ ਰੇਨ, ਇਸ ਵਰਖਾ ਦੇ ਨਾਲ ਕਹਿੰਦਾ ਮੈਂ ਅੱਕ ਚੁੱਕਿਆ। ਆਈ ਵਿਸ਼ ਇਟ ਸਟਾਪ, ਮੈਂ ਚਾਹੁੰਦਾ ਕਿ ਇਹ ਰੁਕ ਜੇ। ਦੇਖੋ ਹੁਣ ਆਪਾਂ ਕੋਈ ਇਹ ਵਿਸ਼ ਕਰਦਾ ਕਿ ਵਰਖਾ ਰੁਕਣ, ਸਮਥਿੰਗ ਹੈਪਨ ਹੋ ਜੇ ਕੁਛ, ਮਤਲਬ ਕਿ ਵਰਖਾ ਜਿਹੜੀ ਉਹ ਰੁਕ ਜਾਵੇ। ਇਸ ਨੂੰ ਕਿਸੇ ਚੀਜ਼ ਦਾ ਅਫਸੋਸ ਨਹੀਂ ਹੈਗਾ, ਜੇ ਅਫਸੋਸ ਹੁੰਦਾ ਫਿਰ ਆਪਾਂ ਉਹ ਸਟਰਕਚਰ ਦੇਖਦੇ। ਇਸ ਨੂੰ ਅਫਸੋਸ ਨਹੀਂ ਹੈਗਾ, ਇਹ ਚਾਹੁੰਦਾ, ਇਹ ਚਾਹੁੰਦਾ ਵਾਂਟ ਮਤਲਬ ਇਹ ਚਾਹੁੰਦਾ ਕਿ ਇਹ ਚੀਜ਼ ਹੋ ਜੇ, ਤਾਂ ਇਸ ਲਈ ਇਸ ਨੂੰ ਵੁੱਡ ਦੇ ਨਾਲ ਆਪਾਂ ਬਣਾਵਾਂਗੇ। ਤਾਂ ਆਈ ਵਿਸ਼ ਇਟ ਵੁੱਡ ਸਟਾਪ, ਆਈ ਵਿਸ਼ ਇਟ ਵੁੱਡ ਸਟਾਪ, ਇਟ ਵੁੱਡ ਸਟਾਪ ਕਿਉਂਕਿ ਐਮ ਪ੍ਰੈਜੈਂਟ ਦੇ ਵਿੱਚ ਹੈ। ਜੇਕਰ ਪਾਸਟ 'ਚ ਹੁੰਦਾ ਵੁੱਡ ਹੈਵ ਸਟਾਪਡ, ਤਾਂ ਇਸ ਤਰ੍ਹਾਂ ਹੋਣਾ ਸੀ। ਥਰਡ, ਇਟ ਇਜ਼ ਅ ਡਿਫੀਕਲਟ ਕੁਐਸਚਨ, ਇਟ ਇਜ਼ ਅ ਡਿਫੀਕਲਟ ਕੁਐਸਚਨ ਪ੍ਰੈਜੈਂਟ ਹੈ। ਆਈ ਵਿਸ਼ ਆਈ ਨੋ ਦ ਆਂਸਰ, ਕਾਸ਼ ਕਹਿੰਦਾ ਮੈਂ ਇਸ ਦਾ ਆਂਸਰ ਜਾਣਦਾ ਹੁੰਦਾ ਬਟ ਮੈਂ ਨਹੀਂ ਜਾਣਦਾ, ਇਸ ਨੂੰ ਅਫਸੋਸ ਹੈ ਇਸ ਗੱਲ ਦਾ, ਇਸ ਲਈ ਆਈ ਵਿਸ਼ ਆਈ ਨਿਊ। ਆਈ ਵਿਸ਼ ਸਬਜੈਕਟ ਵਰਬ ਦੀ ਸੈਕੰਡ ਫਾਰਮ ਕਿਉਂਕਿ ਅਫਸੋਸ ਹੈ ਔਰ ਪ੍ਰੈਜੈਂਟ ਦੇ ਵਿੱਚ ਹੈ। ਚੌਥਾ, ਆਈ ਸ਼ੁੱਡ ਹੈਵ ਲਿਸਨ ਟੂ ਯੂ, ਕਹਿੰਦਾ ਮੈਨੂੰ ਤੁਹਾਨੂੰ ਸੁਣਨਾ ਚਾਹੀਦਾ ਸੀ, ਮਤਲਬ ਮੈਨੂੰ ਤੁਹਾਡੀ ਗੱਲ ਸੁਣਨੀ ਚਾਹੀਦੀ ਸੀ। ਆਈ ਵਿਸ਼ ਆਈ ਟੇਕ ਯੋਰ ਐਡਵਾਈਸ, ਕਾਸ਼ ਮੈਂ ਤੁਹਾਡੀ ਐਡਵਾਈਸ ਲਈ ਹੁੰਦੀ। ਇਸ ਨੂੰ ਅਫਸੋਸ ਹੈ ਕਿ ਮੈਂ ਤੁਹਾਡੀ ਐਡਵਾਈਸ ਨਹੀਂ ਲਈ, ਤਾਂ ਇਸ ਲਈ ਅਫਸੋਸ ਹੈ ਪਾਸਟ ਦੇ ਵਿੱਚ। ਆਈ ਵਿਸ਼ ਆਈ ਹੈਡ ਟੇਕਨ, ਸਬਜੈਕਟ ਆਈ ਹੈਡ ਟੇਕਨ, ਇੱਥੇ ਟੇਕਨ ਆਏਗਾ ਸੌਰੀ ਟੇਕਨ, ਆਈ ਹੈਡ ਟੇਕਨ ਯੋਰ ਐਡਵਾਈਸ। ਪੰਜਵਾਂ, ਯੂ ਆਰ ਲੱਕੀ ਟੂ ਬੀ ਗੋਇੰਗ ਅਵੇ, ਤੁਸੀਂ ਲੱਕੀ ਹੋ ਕਹਿੰਦਾ ਤੁਸੀਂ ਮਤਲਬ ਜਾ ਰਹੇ ਹੋ ਦੂਰ ਕਿਤੇ ਘੁੰਮਣ। ਆਈ ਵਿਸ਼ ਆਈ ਕੈਨ ਕਮ ਵਿਦ ਯੂ, ਕਾਸ਼ ਮੈਂ ਵੀ ਤੁਹਾਡੇ ਨਾਲ ਆ ਸਕਦਾ। ਦੇਖੋ ਕੈਨ ਨਾਲ ਆ ਗਿਆ ਸਕਦਾ ਮਤਲਬ ਆਈ ਵਿਸ਼ ਤੋਂ ਬਾਅਦ ਆਪਾਂ ਸਬਜੈਕਟ ਫਿਰ ਕੁੱਡ ਫਿਰ ਵਰਬ ਦੀ ਫਸਟ ਫਾਰਮ ਕਿਉਂਕਿ ਇਹ ਪ੍ਰੈਜੈਂਟ ਦਾ। ਯੂ ਆਰ ਲੱਕੀ ਪ੍ਰੈਜੈਂਟ ਹੈ ਇਸ ਲਈ ਆਈ ਕੈਨ ਦਾ ਸੈਕੰਡ ਫਾਰਮ ਕਰਾਂਗੇ ਕੁੱਡ ਕਮ। ਜੇਕਰ ਇਹ ਪਾਸਟ ਦੇ ਵਿੱਚ ਹੁੰਦਾ ਯੂ ਵਰ ਲੱਕੀ ਫਿਰ ਆਉਂਦਾ ਆਈ ਵਿਸ਼ ਆਈ ਕੁੱਡ ਹੈਵ ਕਮ, ਇਸ ਲਈ ਪ੍ਰੈਜੈਂਟ 'ਚ ਹੈ ਕੁੱਡ ਕਮ। ਛੇਵਾਂ, ਆਈ ਹੈਵ ਨੋ ਐਨਰਜੀ ਐਟ ਦ ਮੂਮੈਂਟ, ਮਤਲਬ ਇਸ ਵਕਤ ਮੇਰੇ 'ਚ ਬਿਲਕੁਲ ਐਨਰਜੀ ਨਹੀਂ ਹੈਗੀ। ਆਈ ਵਿਸ਼ ਆਈ ਨੋਟ ਬੀ ਸੋ ਟਾਇਰਡ, ਕਾਸ਼ ਮੈਂ ਇੰਨਾ ਥੱਕਿਆ ਨਾ ਹੁੰਦਾ। ਇਸ ਗੱਲ ਦਾ ਇਸ ਨੂੰ ਅਫਸੋਸ ਹੈ ਹੁਣ ਕਿ ਮੈਂ ਥੱਕਿਆ ਹੋਇਆ, ਕਾਸ਼ ਮੈਂ ਥੱਕਿਆ ਨਾ ਹੁੰਦਾ। ਤਾਂ ਆਈ ਵਿਸ਼ ਆਈ ਵਰਬ ਦੀ ਸੈਕੰਡ ਫਾਰਮ ਬੀ ਦੀ ਵਾਜ਼ ਜਾਂ ਵਰ ਕਿਉਂਕਿ ਨੈਗੇਟਿਵ ਹੈ, ਵਰ ਨੋਟ ਸੋ ਟਾਇਰਡ। ਸੱਤਵਾਂ, ਆਰੰਟ ਦੇ ਰੈਡੀ ਯੈਟ, ਕਿ ਉਹ ਹੁਣ ਤੱਕ ਰੈਡੀ ਹੋ ਗਏ, ਮਤਲਬ ਪੁੱਛ ਰਿਹਾ ਕਿ ਉਹ ਰੈਡੀ ਹੋ ਗਏ। ਆਈ ਵਿਸ਼ ਦੇ ਹਰੀ ਅਪ, ਕਾਸ਼ ਉਹ ਬਹੁਤ ਜਲਦੀ ਕਰਨ। ਦੇਖੋ ਇਹ ਸਿਰਫ ਪੁੱਛ ਰਿਹਾ, ਆਪਾਂ ਕਿਸ ਤੋਂ ਪੁੱਛ ਰਹੇ ਹਾਂ ਕਿ ਉਹ ਜਲਦੀ ਰੈਡੀ ਹੋ ਗਏ, ਵੀ ਮਤਲਬ ਉਸ ਤੋਂ ਬਾਅਦ ਆਪਾਂ ਕਹਿਣਾ ਯਾਰ ਕਾਸ਼ ਉਹ ਜਲਦੀ ਰੈਡੀ ਹੋ ਜਾਣ। ਹੁਣ ਆਪਾਂ ਨੂੰ ਕਿਸੇ ਗੱਲ ਦਾ ਅਫਸੋਸ ਨਹੀਂ ਹੈਗਾ, ਆਪਾਂ ਚਾਹੁੰਦੇ ਹਾਂ ਕਿ ਉਹ ਜਲਦੀ ਮਤਲਬ ਰੈਡੀ ਹੋ ਜਾਣ, ਇਸ ਲਈ ਇਹ ਵੁੱਡ ਵਾਲਾ ਸਟਰਕਚਰ ਜੋ ਵੁੱਡ ਵਾਲੇ ਆਪਾਂ ਕਰੇ ਨੇ। ਤਾਂ ਕਰਕੇ ਆਈ ਵਿਸ਼ ਦੇ ਵੁੱਡ ਹਰੀ ਅਪ, ਦੇ ਵੁੱਡ ਹਰੀ ਅਪ ਕਿਉਂਕਿ ਪ੍ਰੈਜੈਂਟ ਦੇ ਵਿੱਚ ਹੈ। ਜੇ ਪਾਸਟ 'ਚ ਹੁੰਦਾ ਦੇ ਵੁੱਡ ਹੈਵ ਹਰੀ ਅਪ ਤਾਂ ਦੇ ਵੁੱਡ ਹੈਵ ਹੋ ਜਾਂਦਾ। ਅੱਗੇ ਅੱਠਵਾਂ, ਇਟ ਵੁੱਡ ਬੀ ਨਾਈਸ ਟੂ ਸਟੇ ਹੇਅਰ ਲੌਂਗਰ, ਕਹਿੰਦਾ ਇੱਥੇ ਲੰਬੇ ਸਮੇਂ ਲਈ ਰਹਿਣਾ ਬਹੁਤ ਵਧੀਆ, ਕਹਿੰਦਾ ਲੰਬੇ ਸਮੇਂ ਲਈ ਰਹੀਏ ਇੱਥੇ ਅਸੀਂ। ਆਈ ਵਿਸ਼ ਵੀ ਨੋਟ ਹੈਵ ਟੂ ਗੋ ਨਾਓ, ਕਾਸ਼ ਸਾਨੂੰ ਇੱਥੋਂ ਹੁਣ ਨਾ ਜਾਣਾ ਪਵੇ ਕਿਉਂਕਿ ਇੱਥੋਂ ਜਾਣ ਦਾ ਇਸ ਨੂੰ ਹੁਣ ਅਫਸੋਸ ਹੈ। ਇਹ ਇੱਥੇ ਲੰਬੇ ਸਮੇਂ ਲਈ ਰਹਿਣਾ ਚਾਹੁੰਦਾ ਇਸ ਲਈ ਕਹਿ ਰਿਹਾ ਕਿ ਆਈ ਵਿਸ਼ ਵੀ ਨੋਟ ਹੈਵ ਟੂ ਗੋ ਨਾਓ, ਕਿ ਸਾਨੂੰ ਹਜੇ ਹੁਣ ਜਾਣਾ ਨਾ ਪਵੇ ਪ੍ਰੈਜੈਂਟ ਦੇ ਵਿੱਚ। ਇਸ ਨੂੰ ਅਫਸੋਸ ਹੈ ਇਸ ਲਈ ਆਪਾਂ ਆਈ ਵਿਸ਼ ਫਿਰ ਸਬਜੈਕਟ ਵੀ ਫਿਰ ਹੈਵ ਦੀ ਸੈਕੰਡ ਫਾਰਮ, ਮਤਲਬ ਇੱਥੇ ਹੈਵ ਦੀ ਫਸਟ ਫਾਰਮ ਆਏਗੀ ਹੈਵ ਬਟ ਇੱਥੇ ਨੋਟ ਹੈ ਇਸ ਲਈ ਡਿਡ ਨੋਟ। ਆਈ ਵਿਸ਼ ਵੀ ਡਿਡੰਟ ਹੈਵ ਟੂ ਗੋ ਨਾਓ, ਕਿ ਸਾਨੂੰ ਹੁਣ ਨਾ ਜਾਣਾ ਪਵੇ। ਇਹ ਡਿਡੰਟ ਹੈਵ ਕਿਉਂਕਿ ਪਾਸਟ ਇੰਡੈਫੀਨੇਟ ਦਾ ਜਦੋਂ ਆਪਾਂ ਨੈਗੇਟਿਵ ਬਣਾਉਣੇ ਆ, ਪਾਸਟ ਇੰਡੈਫੀਨੇਟ ਦਾ ਤੁਸੀਂ ਯਾਦ ਹੋਵੇ ਤੁਹਾਨੂੰ, ਪਾਸਟ ਇੰਡੈਫੀਨੇਟ ਦਾ ਨੈਗੇਟਿਵ ਕਿਵੇਂ ਬਣਦਾ, ਸਬਜੈਕਟ ਡਿਡ ਨੋਟ ਵਰਬ ਦੀ ਫਸਟ ਫਾਰਮ, ਇਸ ਲਈ ਇੱਥੇ ਡਿਡ ਨੋਟ ਲੱਗਿਆ। ਬਟ ਜਦੋਂ ਪਾਸਟ ਪਰਫੈਕਟ ਹੁੰਦਾ ਫਿਰ ਹੈਡ ਦੇ ਨਾਲ ਹੀ ਨੋਟ ਲੱਗ ਜਾਂਦਾ, ਇਸ ਲਈ ਇੱਥੇ ਡਿਡ ਨੋਟ। ਨੌਵਾਂ, ਵੈਨ ਵੀ ਵਰ ਇਨ ਲੰਡਨ ਲਾਸਟ ਈਅਰ, ਜਦੋਂ ਲਾਸਟ ਈਅਰ ਅਸੀਂ ਲੰਡਨ ਦੇ ਵਿੱਚ ਸੀ, ਵੀ ਡਿਡੰਟ ਹੈਵ ਟਾਈਮ ਟੂ ਸੀ ਆਲ ਦੀਜ਼ ਥਿੰਗਸ, ਤਾਂ ਸਾਨੂੰ ਇਹ ਸਭ ਚੀਜ਼ਾਂ ਵੀ ਡਿਡੰਟ ਹੈਵ ਟਾਈਮ ਟੂ ਸੀ ਆਲ ਦ ਥਿੰਗਸ ਵੀ ਵਾਂਟਡ ਟੂ ਸੀ, ਵੀ ਜੋ ਅਸੀਂ ਦੇਖਣਾ ਚਾਹੁੰਦੇ ਸੀ ਚੀਜ਼ਾਂ ਉਹ ਸਾਨੂੰ ਦੇਖਣ ਦਾ ਟਾਈਮ ਨਹੀਂ ਲੱਗਿਆ, ਪਾਸਟ ਦੇ ਵਿੱਚ ਹੈ ਯਾਦ ਰੱਖਿਓ। ਹੁਣ ਅੱਗੇ ਆਈ ਵਿਸ਼
आई विश वी कैन स्टे लॉन्गर, मैं चाਹੁੰਦਾ ਸੀ कि ਅਸੀਂ ਲੰਬੇ ਸਮੇਂ ਤੱਕ ਉੱਥੇ ਰਹਿ ਸਕਦੇ। ਪਾਸਟ ਦੀ ਗੱਲ ਹੈ ਔਰ ਕੈਨ ਆ ਗਿਆ, ਪਾਸਟ ਦਾ ਹੋ ਗਿਆ। ਹੁਣ ਦੇਖੋ ਜੇਕਰ ਪ੍ਰੈਜੈਂਟ ਦਾ ਹੁੰਦਾ ਤਾਂ ਆਈ ਵਿਸ਼ ਤੋਂ ਬਾਅਦ ਸਬਜੈਕਟ ਕੁੱਡ ਵਰਬ ਦੀ ਫਸਟ ਫਾਰਮ, ਇਹ ਪਾਸਟ ਦੀ ਗੱਲ ਹੋ ਰਹੀ ਹੈ, ਰਹਿ ਸਕਦੇ ਹੁੰਦੇ, ਤਾਂ ਇੱਥੇ ਆਏਗਾ ਆਈ ਵਿਸ਼ ਸਬਜੈਕਟ ਵੀ ਕੁੱਡ ਹੈਵ ਥਰਡ ਫਾਰਮ ਸਟੇਡ ਲੌਂਗਰ। 10ਵਾਂ इट्स फ्रीजिंग टूडे, अज बहुत ज़्यादा फ्रीजिंग है, जमाने वाला है, बिल्कुल ठंड। आई विश सो कोल्ड, मतलब कि आई विश अगे ब्रैकेट दे विच इट नॉट बी सो कोल्ड, मतलब काश इन्ना ज़्यादा जिहड़ा ठंड है वो ना होंदी, इस गल दा इसनूं अफसोस है कि बहुत ज़्यादा ठंड है। आई विश इट आ गया, बी दी फॉर्म वर, नैगेटिव है नॉट, इट वर नॉट सो कोल्ड, आई हेट कोल्ड वैदर, क्योंकि ये वैदर है जिहड़ा इसनूं मैं हेट करदा, इसलिए मैनूं अफसोस है भी क्यों है इन्ना ठंडा। 11वां जो स्टिल डजंट नो वट ही वॉन्ट्स टू डू, वट ही वॉन्ट्स टू डू, जो उन्होंने हाले तक नहीं पता कि उसनूं की करना, मतलब उसने की करना, वो की करना चाहता है। आई विश ही डिसाइड, मैं विश करदा कि वह डिसाइड कर लवे। हुण देखो इत्थे इहनूं किसी गल दा अफसोस नहीं हैगा, ये चाहुंदा है कि जिहड़ा जो है वो जल्दी डिसाइड कर ले, इसलिए यह वुड नाल बनेगा आई विश ही वुड डिसाइड, काश वो डिसाइड कर ले। 12वां आई रियली डिडेंट इंजॉय द पार्टी, आई रियली डिडेंट इंजॉय पास्ट है, देखो मैं पार्टी इंजॉय नहीं की। आई विश वी नॉट गो, कहता काश असी पार्टी दे विच ना ही गए होंदे, मतलब कि पास्ट की गल है तो इसलिए पास्ट परफेक्ट बनेगा। आई विश वी हैड नॉट गॉन, तां करके असी भी पार्टी दे विच ना ही गए होंदे। सो बिल्कुल ये तो बिल्कुल आसान है, ये वाली तो तुसी सिर्फ ये देखना है सेंटेंस पढ़ो, जेकर किसी गल का अफसोस हो रहा है तो तुसी आई विश तो बाद सब्जैक्ट प्लस वर्ब की सैकेंड फॉर्म ऑब्जैक्ट, जे प्रेजेंट च, जे पास्ट च है आई विश सब्जैक्ट हैड वर्ब की थर्ड फॉर्म ऑब्जैक्ट, अदरवाइज वुड दे नाल। जेकर कैन है तो कुड वाला, तो कुड वाला स्ट्रक्चर, आई विश सब्जैक्ट कुड वर्ब की फस्ट फॉर्म, जे पास्ट है आई विश सब्जैक्ट कुड हैव वर्ब की थर्ड फॉर्म, बिल्कुल ईजी है। सो इस तरह ये सी अपनी यूनिट नंबर 41। आई होप कि सारी तुहानू चंगी तरह समझ आ गई होगी, हौली हौली समझाने की कोशिश की है। सो जेकर वीडियो चंगी लगी है तो वीडियो को लाइक शेयर तो कमेंट जरूर करो, और मिलते हैं अगली वीडियो लैके, उदों तक दिओ इजाजत। थैंक यू सो मच।